ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਪਨ ਨੂੰ ਅਸੀਂ ਵਿਚਾਰਨਾ ਹੈ। ਜਿਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਨੇ। 1644 1644 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਉਂਦੇ ਨੇ। ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਉਹਨਾਂ ਦੇ ਥਾਂ ਦੇ ਉੱਤੇ ਬੈਠਦੇ ਨੇ ਤੇ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀਆਂ ਜਿਹੜੀਆਂ ਸਾਖੀਆਂ ਨੇ ਉਹ ਇਸ ਪਾਸੇ ਦੀਆਂ ਨੇ ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੂੰ ਇਹ ਕਹਿ ਕੇ ਗਏ ਸੀ ਵੀ ਤੁਸੀਂ ਤਾਕਤ ਆਪਣੇ ਕੋਲ ਪੂਰੀ ਰੱਖਣੀ ਹੈ, ਪਰ ਕਿਸੇ ਦੇ ਨਾਲ ਤੁਸੀਂ ਯੁੱਧ ਨਹੀਂ ਕਰਨਾ ਹੈ, ਕਿਸੇ ਦੇ ਨਾਲ ਤੁਸੀਂ ਮੁਕਾਬਲਾ ਨਹੀਂ ਕਰਨਾ ਹੈ, ਤਾਕਤ ਪੂਰੀ ਰੱਖਣੀ ਹੈ। ਔਰ ਇਸ ਕਰਕੇ 2200 ਘੋੜ ਸਵਾਰ ਹਰ ਵੇਲੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਦੇ ਕੋਲ ਰਹਿੰਦੇ ਹੁੰਦੇ ਸੀ ਸੈਨਾ ਦੇ ਰੂਪ ਦੇ ਵਿੱਚ। ਤੇ ਉਸੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੀਆਂ ਸਾਖੀਆਂ ਜਿਹੜੀਆਂ ਸੀ ਨਾ ਉਹ ਸੰਗਤ ਦੇ ਵਿੱਚ ਪ੍ਰਚਲਿਤ ਸਨ ਵੀ ਮਹਾਰਾਜ ਨੇ ਕਿੱਦਾਂ ਕਿੱਦਾਂ ਦੇ ਕੌਤਕ ਕੀਤੇ ਨੇ। ਤੇ ਬੜੇ ਪਿਆਰ ਵਾਲੇ ਮਾਹੌਲ ਦੇ ਵਿੱਚ ਉਹਦੇ ਵਿੱਚੋਂ ਇੱਕ ਗੱਲ ਹੋਰ ਸਾਡੇ ਸਾਹਮਣੇ ਆਉਂਦੀ ਹੈ ਕਿ ਜਿਸ ਕੀਰਤਪੁਰ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਨਮ ਹੁੰਦਾ ਹੈ, ਉਸ ਕੀਰਤਪੁਰ ਦੇ ਵਿੱਚ ਹੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਵੱਲੋਂ ਦਵਾਖਾਨਾ ਜਿਹੜਾ ਹੈ ਉਹ ਖੋਲ੍ਹਿਆ ਗਿਆ ਹੈ, ਜਿਹਨੂੰ ਅਸੀਂ ਪੜ੍ਹਦੇ ਹਾਂ, ਕਿਉਂਕਿ ਉੱਥੋਂ ਹੀ ਦਾਰਾ ਸ਼ਿਕੋ ਠੀਕ ਹੋਇਆ ਹੈ। ਉਸੇ ਕੀਰਤਪੁਰ ਦੇ ਵਿੱਚ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਜਾਨਵਰਾਂ ਦੀ ਸਾਂਭ ਸੰਭਾਲ ਦੇ ਲਈ ਇੱਕ ਰੱਖ ਬਣਾਈ ਗਈ ਹੈ, ਜਿਹਨੂੰ ਸੈਂਚਰੀ ਕਿਹਾ ਜਾਂਦਾ ਹੈ। ਉਹ ਬਣਾਈ ਗਈ ਹੈ ਵੀ ਕੋਈ ਰੋਗੀ ਉੱਥੇ ਜਾਨਵਰ ਮਿਲ ਜਾਂਦਾ ਹੈ, ਮਹਾਰਾਜ ਜੀ ਉਹਨੂੰ ਲੈ ਕੇ ਤੇ ਉਹਦਾ ਇਲਾਜ ਕਰਦੇ ਨੇ। ਹੁਣ ਇਹ ਦੋ ਤਿੰਨ ਚੀਜ਼ਾਂ ਨੇ ਵੀ ਜੇ ਕੋਈ ਸਰੀਰਕ ਤੌਰ 'ਤੇ ਰੋਗੀ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਬਚਪਨ ਦੇ ਵਿੱਚ ਉਹਦਾ ਇਲਾਜ ਹੁੰਦਾ ਵੇਖਦੇ ਪਏ ਨੇ। ਮੈਂ ਬਚਪਨ ਦੇ ਵਿੱਚ ਇਸ ਗੱਲ ਕਹਾਂਗਾ ਕਿਉਂਕਿ 8 ਸਾਲ ਵੀ ਤਾਂ ਬਚਪਨ ਦੀ ਉਮਰ ਹੈ, ਪਰ ਗੁਰੂ ਨੂੰ ਉਮਰਾਂ ਦੇ ਨਾਲ ਨਹੀਂ ਵੇਖਿਆ ਜਾਂਦਾ। ਇੱਕ ਜਿਹੜੀ ਚੀਜ਼ ਦਾ ਸ਼ੁਰੂ ਦੇ ਉੱਤੇ ਪ੍ਰਭਾਵ ਪੈਣਾ ਹੈ ਸ਼ੁਰੂ ਦੇ ਵਿੱਚ, ਵੀ ਰੋਗੀਆਂ ਨੂੰ ਕਿੱਦਾਂ ਠੀਕ ਕੀਤਾ ਜਾਂਦਾ ਹੈ ਇੱਥੇ। ਅਤੇ ਇਸ ਤੋਂ ਇਲਾਵਾ ਸਿਰਫ ਬੰਦਿਆਂ ਦੇ ਇਲਾਜ ਦੀ ਗੱਲ ਨਹੀਂ, ਜਾਨਵਰਾਂ ਦੇ ਨਾਲ ਵੀ ਕਿੰਨਾ ਪਿਆਰ ਕੀਤਾ ਜਾਂਦਾ ਹੈ। ਉਹ ਸਾਰੀਆਂ ਚੀਜ਼ਾਂ ਮਹਾਰਾਜ ਜੀ ਨੇ ਆਪਣੀ ਅੱਖੀਂ ਵੇਖੀਆਂ ਨੇ ਅਤੇ ਸੰਗਤਾਂ ਦੇ ਕੋਲੋਂ ਸੁਣੀਆਂ ਨੇ ਵੀ ਕਿੱਦਾਂ ਦਾ ਮਾਹੌਲ ਹੈ ਕੀਰਤਪੁਰ ਦੇ ਵਿੱਚ। ਅਤੇ ਬਾਣੀ ਪੜ੍ਹਨ ਦਾ ਸੁਭਾਅ ਤੇ ਘਰ ਦੇ ਵਿੱਚ ਹੀ ਇੱਦਾਂ ਦਾ ਸੀ। ਅੱਗੇ ਅਸੀਂ ਜਾ ਕੇ ਵੇਖਾਂਗੇ ਵੀ ਬਾਣੀ ਪੜ੍ਹਨ ਦੀ ਟ੍ਰੇਨਿੰਗ ਕਿੱਦਾਂ ਦਿੱਤੀ ਜਾਂਦੀ ਸੀ ਅਤੇ ਮਹਾਰਾਜ ਜੀ ਦਾ ਬਾਣੀ ਪੜ੍ਹਨ ਦਾ ਤਰੀਕਾ ਕਿਵੇਂ ਦਾ ਹੁੰਦਾ ਸੀ, ਵੀ ਸਤਿਗੁਰੂ ਬਾਣੀ ਕਿੱਦਾਂ ਦੀ ਪੜ੍ਹਦੇ ਸੀ। ਇੱਕ ਬਚਨ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ 1661 ਦੇ ਵਿੱਚ, ਜਿਸ ਵੇਲੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਲਗਭਗ 5 ਸਾਲ ਦੇ ਹੁੰਦੇ ਨੇ ਅਤੇ 61 ਦੇ ਵਿੱਚ ਮਹਾਰਾਜ ਜੀ ਜੋਤੀ ਜੋਤ ਸਮਾ ਜਾਂਦੇ ਨੇ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ। ਅਤੇ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ ਕਵੀ ਸੰਤੋਖ ਸਿੰਘ ਹੋਣਾ ਨੇ ਕਿ ਆਮ ਕਰਕੇ ਨਾ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਖਿਆਲ ਆ ਜਾਂਦਾ ਹੁੰਦਾ ਸੀ ਵੀ ਮਹਾਰਾਜ ਜੀ ਤੁਹਾਡੇ ਤੋਂ ਬਾਅਦ ਕੌਣ ਗੁਰਤਾ ਗੱਦੀ ਦੇ ਉੱਤੇ ਬੈਠਣਗੇ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵੀ ਸਵਾਲ ਕੀਤਾ ਸੀ ਸਿੱਖਾਂ ਨੇ, ਉਹੀ ਸਵਾਲ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੂੰ ਕੀਤਾ। ਪਰ ਕਵੀ ਸੰਤੋਖ ਸਿੰਘ ਕਹਿੰਦੇ ਨੇ ਵੀ ਇਹ ਜਿਹੜਾ ਸਵਾਲ ਸੀ ਨਾ ਇੱਕ ਸਿੱਖ ਨੇ ਕੀਤਾ ਸੀ ਅਤੇ ਸਵਾਲ ਕਰਕੇ ਇਹ ਕਹਿ ਦਿੱਤਾ ਵੀ ਮਹਾਰਾਜ ਜੀ ਅਸੀਂ ਤਾਂ ਪਰਦੇਸੀ ਸਿੱਖ ਹਾਂ, ਵੀ ਦੂਰ ਤੋਂ ਆਉਂਦੇ ਹਾਂ ਅਤੇ ਸੁਭਾਵਿਕ ਜੀ ਗੱਲ ਹੈ ਵੀ ਏਡੀ ਜਲਦੀ ਸਾਡੇ ਕੋਲੋਂ ਵਾਪਸ ਨਹੀਂ ਆਇਆ ਜਾਂਦਾ। ਅਤੇ ਜਦੋਂ ਅਸੀਂ ਕੁਝ ਸਾਲਾਂ ਬਾਅਦ ਵਾਪਸ ਆਉਂਦੇ ਹਾਂ ਅਤੇ ਸਾਡੇ ਮਨ ਦੇ ਵਿੱਚ ਇੱਕ ਖਿਆਲ ਹੈ ਵੀ ਤੁਹਾਡੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੋਂ ਬਾਅਦ ਇਸ ਗੁਰਤਾ ਗੱਦੀ 'ਤੇ ਕੌਣ ਬਿਰਾਜਮਾਨ ਹੋਏਗਾ। ਅਤੇ ਜੇ ਤੁਸੀਂ ਇਸ ਗੱਲ ਨੂੰ ਗੁਪਤ ਰੱਖਣਾ ਚਾਹੁੰਦੇ, ਜੇ ਵੀ ਅਜੇ ਨਹੀਂ ਪ੍ਰਗਟ ਕਰਨਾ ਚਾਹੁੰਦੇ, ਅਤੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਮੇਰੇ ਮਨ ਦੀ ਇੱਕ ਇੱਛਾ ਹੈ ਵੀ ਮੈਨੂੰ ਪਤਾ ਲੱਗੇ, ਅਤੇ ਤੁਸੀਂ ਜੇ ਨਹੀਂ ਕਿਸੇ ਨੂੰ ਦੱਸਣਾ ਚਾਹੁੰਦੇ ਤਾਂ ਮੈਂ ਵੀ ਕਿਸੇ ਦੇ ਅੱਗੇ ਪ੍ਰਗਟ ਨਹੀਂ ਕਰਾਂਗਾ। ਤਾਂ ਕਵੀ ਸੰਤੋਖ ਸਿੰਘ ਕਹਿੰਦੇ ਵੀ ਮਹਾਰਾਜ ਨੇ ਉਸ ਸਿੱਖ ਨੂੰ ਕਿਹਾ ਵੀ ਕੋਈ ਨਹੀਂ, ਤੁਸੀਂ ਸਵੇਰੇ ਆਇਓ, ਤੁਹਾਨੂੰ ਸਵੇਰੇ ਇਸ ਗੱਲ ਦਾ ਜਵਾਬ ਦੇ ਦੇਵਾਂਗੇ। ਉਹ ਕਹਿੰਦੇ ਵੀ ਜਿਵੇਂ ਕਿਵੇਂ ਉਹਦੀ ਰਾਤ ਨਿਕਲੀ ਅਤੇ ਜਦੋਂ ਸਵੇਰੇ ਆ ਕੇ ਮਹਾਰਾਜ ਜੀ ਦੇ ਕੋਲ ਪਹੁੰਚਦਾ ਨਾ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ, ਅਤੇ ਆ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਮੇਰਾ ਸਵਾਲ ਸੀ ਤੁਹਾਡੇ ਅੱਗੇ। ਅਤੇ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਜਾਓ, ਦੋਵੇਂ ਸਾਹਿਬਜ਼ਾਦੇ ਨਾ ਪਾਠ ਕਰਦੇ ਪਏ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਭਰਾ ਸੀ ਬਾਬਾ ਰਾਮ ਰਾਏ, ਔਰ ਲਗਭਗ 6 ਸਾਲ ਵੱਡੇ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਨਾਲੋਂ ਬਾਬਾ ਰਾਮ ਰਾਏ ਜੀ। ਮਹਾਰਾਜ ਜੀ ਨੇ ਕਿਹਾ ਵੀ ਦੋਵੇਂ ਭਰਾ ਪਾਠ ਕਰਦੇ ਪਏ ਨੇ ਅਤੇ ਤੁਸੀਂ ਉਹਨਾਂ ਦੇ ਕੋਲ ਜਾਓ। ਕਵੀ ਸੰਤੋਖ ਸਿੰਘ ਹੋਣਾ ਨੇ ਇਹਨੂੰ ਇੱਦਾਂ ਬੋਲਿਆ, ਉਹ ਕਹਿੰਦੇ ਵੀ ਤੁਸੀਂ ਜੇ ਵੇਖਣਾ ਹੋਵੇ ਨਾ ਵੀ ਕੌਣ ਹੈ ਗੁਰਤਾ ਗੱਦੀ 'ਤੇ ਅੱਗੇ ਬੈਠੇਗਾ,
ਤੇ ਜਿਸ ਪੋਥੀ ਦੇ ਨਾਲ ਉਹ ਪਾਠ ਕਰਦੇ ਪਏ ਨੇ, ਜਿਸ ਪੀੜੇ ਦੇ ਉੱਤੇ ਪੋਥੀ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ, ਤੁਸੀਂ ਉਹਦੇ ਵਿੱਚ ਨਾ ਇੱਕ ਸੂਈ ਚਬਾਉਣੀ ਹੈ। ਇਹ ਸਾਡੇ ਪੁਰਾਣੇ ਸਾਖੀਕਾਰਾਂ ਦੇ ਸਮਝਾਉਣ ਦਾ ਤਰੀਕਾ ਹੁੰਦਾ ਸੀ ਵੀ ਸਿੱਧੀਆਂ ਸਿੱਧੀਆਂ ਗੱਲਾਂ ਜੇ ਦੱਸਾਂਗੇ ਨਾ ਤੇ ਉਹ ਸਮਝ ਨਹੀਂ ਆਉਂਦੀਆਂ, ਉਹਨਾਂ ਨੂੰ ਸਿੰਬੋਲਿਕ ਵਰਤਿਆ ਜਾਂਦਾ ਹੁੰਦਾ ਸੀ ਇਹਨਾਂ ਚੀਜ਼ਾਂ ਦੇ ਲਈ, ਵੀ ਕਿਸੇ ਦਾ ਹਿਰਦਾ ਕਿੰਨਾ ਕੋਮਲ ਹੈ, ਦਿਲ ਤੋਂ ਕਿੰਨੇ ਨਰਮ ਨੇ ਮਹਾਰਾਜ ਜੀ, ਉਹ ਇਸ ਚੀਜ਼ ਨੂੰ ਦੱਸਣ ਦੇ ਲਈ ਗੱਲਾਂ ਬੋਲੀਆਂ ਜਾਂਦੀਆਂ ਹੁੰਦੀਆਂ ਸੀ। ਜੇ ਸਿੱਧੇ ਅਰਥਾਂ ਦੇ ਵਿੱਚ ਜਾਂਦੇ ਹਾਂ ਤੇ ਫਿਰ ਫਸ ਜਾਂਦਾ ਹੈ ਕੰਮ ਸਾਡਾ। ਮਹਾਰਾਜ ਜੀ ਨੇ ਕਿਹਾ ਵੀ ਦੋਵੇਂ ਸਾਹਿਬਜ਼ਾਦੇ ਪੋਥੀ ਤੋਂ ਪਾਠ ਕਰਦੇ ਪਏ ਨੇ, ਤੁਸੀਂ ਆਪਣੇ ਹੱਥ ਦੇ ਵਿੱਚ ਸੂਈ ਲੈ ਜਾਓ, ਵੱਡੀ ਸੂਈ ਜਿਹਨੂੰ ਕੰਦੂਈ ਵੀ ਕਿਹਾ ਜਾਂਦਾ ਹੈ, ਉਹ ਲੈ ਜਾਓ ਤੇ ਜਾ ਕੇ ਤੇ ਵਾਰੀ ਵਾਰੀ ਪੀੜੇ ਦੇ ਵਿੱਚ ਚੁਬੋ ਦਿਓ। ਜਿਸ ਪੀੜੇ ਦੇ ਵਿੱਚ ਚੁਭ ਜਾਵੇਗੀ ਨਾ, ਤੁਸੀਂ ਇਹ ਸਮਝ ਲਿਓ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋਵੇਗਾ। ਹੁਣ ਗੱਲ ਇਹ ਨਹੀਂ ਸੀ ਵੀ ਪੀੜੇ ਦੇ ਵਿੱਚ ਸੂਈ ਚੁਭ ਗਈ ਤੇ ਗੁਰਤਾ ਗੱਦੀ ਸਾਹਮਣੇ ਆ ਗਈ ਹੈ। ਗੱਲ ਅਸਲ ਦੇ ਵਿੱਚ ਇਹ ਸੀ ਵੀ ਸਾਖੀਕਾਰ ਸਾਨੂੰ ਇਹ ਸਮਝਾਉਣਾ ਚਾਹੁੰਦੇ ਸੀ ਵੀ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਬਾਣੀ ਪੜ੍ਹਦੇ ਨੇ, ਉਦੋਂ ਆਲੇ ਦੁਆਲੇ ਉੱਤੇ ਕੀ ਪ੍ਰਭਾਵ ਪੈਂਦਾ ਹੈ, ਕਿੰਨੇ ਲੋਕਾਂ ਨੂੰ ਉਹ ਮਹਾਰਾਜ ਜੀ ਨਰਮ ਕਰ ਸਕਦੇ ਨੇ। ਕਿਉਂਕਿ ਬਾਬਾ ਰਾਮ ਰਾਏ ਜਿਹੜੇ ਸੀ ਉਹ ਘੱਟ ਨਹੀਂ ਸੀ, ਵਿਦਵਤਾ ਬੜੀ ਪੱਲੇ ਸੀ ਉਹਨਾਂ ਦੇ, ਗਿਆਨ ਬਹੁਤ ਪੱਲੇ ਸੀ। ਜਿਹੜਾ ਅਸੀਂ ਉਹਨਾਂ ਦੀਆਂ ਸਾਖੀਆਂ ਪੜ੍ਹਦੇ ਹਾਂ ਵੀ ਕਰਾਮਾਤਾਂ ਦਿਖਾ ਦਿੱਤੀਆਂ, ਔਰ ਕੋਈ ਬਹੁਤੀ ਵੱਡੀ ਉਮਰ ਥੋੜ੍ਹਾ ਸੀ ਬਾਬਾ ਰਾਮ ਰਾਏ ਜੀ ਦੀ ਉਸ ਵੇਲੇ ਜਦੋਂ ਉਹਨਾਂ ਨੇ ਕਰਾਮਾਤਾਂ ਵਿਖਾਈਆਂ ਨੇ। ਗੱਲ ਕੀ ਹੈ ਵੀ ਪੜ੍ਹਾਈ ਵਾਲੇ ਪਾਸੇ ਤੋਂ, ਅਜ਼ਮਤ ਵਾਲੇ ਪਾਸੇ ਤੋਂ ਬਾਬਾ ਰਾਮ ਰਾਏ ਜੀ ਵੀ ਘੱਟ ਨਹੀਂ ਸੀ। ਪਰ ਇੱਕ ਨਾ ਜਿਹੜੀ ਬੰਦੇ ਦੀ ਈਗੋ, ਬੰਦੇ ਦੇ ਅੰਦਰ ਹਾਰਡਨੈਸ ਪੈਦਾ ਕਰ ਦਿੰਦੀ ਹੈ ਨਾ ਕਿ ਮੈਂ ਹੀ ਮੈਂ ਹਾਂ, ਉਹ ਬੰਦਾ ਸਖਤ ਹੋਣਾ ਸ਼ੁਰੂ ਹੋ ਜਾਂਦਾ ਹੈ ਹੌਲੀ ਹੌਲੀ, ਉਹ ਅੰਦਰੋਂ ਕੋਮਲਤਾ ਖਤਮ ਹੋ ਜਾਂਦੀ ਹੈ ਬੰਦੇ ਦੇ ਅੰਦਰੋਂ। ਉਹ ਸਾਖੀਕਾਰਾਂ ਨੇ ਸਾਨੂੰ ਇਹ ਸਮਝਾਇਆ ਵੀ ਪੜ੍ਹਨ ਦੇ ਵਿੱਚ ਤੇ ਬਾਬਾ ਰਾਮ ਰਾਏ ਵੀ ਬੜੇ ਕਮਾਲ ਦਾ ਹੈ, ਗਿਆਨ ਉਹਦੇ ਪੱਲੇ ਵੀ ਬੜੇ ਕਮਾਲ ਦਾ ਹੈ, ਪਰ ਜਿਹੜੀ ਕੋਮਲਤਾ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਹੈ, ਉਹ ਉਹਨਾਂ ਦੇ ਵਿੱਚ ਹੀ ਹੈ, ਉਹਦੀ ਬਰਾਬਰੀ ਕਿਸੇ ਹੋਰ ਦੇ ਵਿੱਚ ਨਹੀਂ ਹੈ। ਇੱਕ ਤੇ ਹੋਵੇ ਉਮਰ ਛੋਟੀ ਤੇ ਉੱਤੋਂ ਮਹਾਰਾਜ ਦੀ ਕਿਰਪਾ ਦੇ ਨਾਲ ਗੁਰਬਾਣੀ ਦਾ ਅੰਦਰ ਇੰਨਾ ਜ਼ਿਆਦਾ ਪ੍ਰਭਾਵ ਹੋ ਜਾਵੇ ਤੇ ਤੁਸੀਂ ਸੋਚ ਕੇ ਵੇਖੋ, ਉਸ ਮੈਂ ਕਿਉਂਕਿ ਵਾਰ-ਵਾਰ ਕਹਿੰਦਾ ਹਾਂ ਕਿ ਮੈਨੂੰ ਕਹਿਣਾ ਪਵੇਗਾ, ਉਸ ਛੋਟੀ ਉਮਰ ਦਾ ਤੇ ਆਮ ਜਿਹਾ ਕੋਈ ਬੱਚਾ ਹੋਵੇ ਤੇ ਜਦੋਂ ਉਹ ਬੋਲਦਾ ਹੈ ਤੇ ਇੰਨਾ ਸੋਹਣਾ ਲੱਗਦਾ ਹੈ, ਤੇ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਬੋਲਦੇ ਹੋਣਗੇ ਤੇ ਕਿੱਥੋਂ ਤੱਕ ਅਸਰ ਜਾਂਦਾ ਹੋਵੇਗਾ। ਇੱਕ ਤੇ ਬਚਪਨ ਦੀ ਮਾਸੂਮੀਅਤ ਹੈ, ਇੱਕ ਬਾਣੀ ਦਾ ਪ੍ਰਭਾਵ ਹੈ, ਤੇ ਇਹ ਭਾਵ ਹੈ ਵੀ ਮਹਾਰਾਜ ਜੀ ਜਦੋਂ ਗੱਲ ਕਰਦੇ ਸੀ ਆਲਾ ਦੁਆਲਾ ਜਿਹੜਾ ਸੀ ਉਹ ਬਿਲਕੁਲ ਨਰਮ ਕਰਕੇ ਰੱਖ ਦੇਣਾ, ਇੰਨੀ ਮਹਾਰਾਜ ਜੀ ਦੇ ਅੰਦਰ ਕੋਮਲਤਾ ਹੈ। ਇਹਨੂੰ ਸੋਚ ਕੇ ਵੇਖਿਓ ਵੀ ਮਹਾਰਾਜ ਜੀ ਨੇ ਆਪਣੇ ਬੱਚਿਆਂ ਦੇ, ਚਾਹੇ ਉਹ ਗੁਰੂ ਬਣ ਗਏ, ਉਹਨਾਂ ਦੇ ਬਚਪਨ ਦੀਆਂ ਤਿਆਰੀਆਂ ਕਿੱਦਾਂ ਕਰਵਾਈਆਂ ਸੀ ਮਹਾਰਾਜ ਜੀ ਨੇ। ਇੱਕ ਗੱਲ ਦਾ ਜ਼ਿਕਰ ਕੀਤਾ ਹੈ ਸਰਦਾਰ ਬਲਵੀਰ ਸਿੰਘ ਹੋਣਾ ਨੇ ਵੀ ਬੱਚਿਆਂ ਦੇ ਅੰਦਰੋਂ ਮਾਸੂਮੀਅਤ ਅਸੀਂ ਕਿੱਦਾਂ ਕਤਲ ਕਰਦੇ ਹਾਂ। ਬੱਚੇ ਮਾਸੂਮ ਹੀ ਹੁੰਦੇ ਨੇ, ਅਸੀਂ ਕਿੱਦਾਂ ਮਾਸੂਮੀਅਤ ਕਤਲ ਕਰਦੇ ਹਾਂ। ਉਹ ਬੜਾ ਕਮਾਲ ਦਾ ਲੇਖ ਹੈ, ਅਸੀਂ ਕਦੀ ਵਿਚਾਰਾਂਗੇ ਉਸ ਚੀਜ਼ ਨੂੰ ਵੀ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਜਾਂਦੇ ਨੇ ਤੇ ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਨੇ ਵੀ ਕਈਆਂ ਨੇ ਨਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਸਮੇਂ ਨੂੰ ਨੋਟਿਸ ਹੀ ਨਹੀਂ ਕੀਤਾ। ਉਹ ਪਤਾ ਕੀ ਕਹਿੰਦੇ ਨੇ ਵੀ 2.5 ਸਾਲ ਦਾ ਸਮਾਂ ਹੈ, ਇਹਦੇ ਵਿੱਚ ਕੁਝ ਬਹੁਤਾ ਨਹੀਂ ਹੋਇਆ, ਪਰ ਕਹਿੰਦੇ ਵੀ ਏਡੀਆਂ ਏਡੀਆਂ ਕਮਾਲ ਦੀਆਂ ਕੁਝ ਗੱਲਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਵੇਲੇ ਹੋ ਚੁੱਕੀਆਂ ਨੇ ਵੀ ਇੱਕ ਵਾਰ ਜਿਹੜੇ ਸਾਡੇ ਬਾਅਦ ਦੇ ਵਿੱਚ ਹੁਕਮਨਾਮੇ ਆਉਂਦੇ ਨੇ ਉਹ ਸ਼ੁਰੂ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਵੱਲੋਂ ਕੀਤੇ ਗਏ। ਮੈਂ ਕੁਝ ਘਟਨਾਵਾਂ ਆਪ ਜੀ ਦੇ ਅੱਗੇ ਰੱਖਾਂਗਾ ਜਿਨ੍ਹਾਂ ਦਾ ਜ਼ਿਕਰ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ ਕੀਤਾ ਹੈ, ਕਿਉਂਕਿ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਦੇ ਉੱਤੇ ਬੈਠੇ ਸੀ ਤੇ ਰਾਮ ਰਾਏ ਨੇ ਪੂਰਾ ਜ਼ੋਰ ਲਾਇਆ ਸੀ ਵਿਰੋਧ ਕਰਨ ਦਾ। ਈਵਨ ਕਿ ਧੀਰਮਲ ਨੇ ਵੀ ਆ ਕੇ ਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਕੋਲ ਗੱਲ ਕੀਤੀ ਸੀ, ਪਰ ਸਤਿਗੁਰੂ ਕਹਿੰਦੇ ਤੇ ਰੱਬ ਦੀ ਦਾਤ ਹੈ ਜਿਹਦੇ ਹਿੱਸੇ ਦੇ ਵਿੱਚ ਜਾਣੀ ਸੀ ਚਲੀ ਗਈ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਵਾਹਿਗੁਰੂ ਬਖਸ਼ ਲਵੇ। ਚਲੋ ਅਸੀਂ ਤੇ ਇਸ ਗੱਲ ਨੂੰ ਪੜ੍ਹ ਲਿਆ ਵੀ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਕਿੰਨੇ ਬੰਦੇ ਹੋਣਗੇ ਜਿਹੜੇ ਉਮਰ ਕਰਕੇ ਮਹਾਰਾਜ ਨੂੰ ਕਹਿੰਦੇ ਹੋਣਗੇ ਵੀ ਇਹ ਤੇ ਬੱਚਾ ਹੀ ਹੈ। ਕਿੰਨਿਆਂ ਨੇ ਇਸ ਗੱਲ ਦਾ ਮਿਹਣਾ ਮਾਰਿਆ ਹੋਵੇਗਾ ਮਹਾਰਾਜ ਜੀ ਨੂੰ, ਕਿਉਂਕਿ ਜਦੋਂ ਤੱਕ ਪ੍ਰਤੱਖ ਨਹੀਂ ਨਾ ਕਰ ਦਿੱਤਾ ਜਾਂਦਾ ਲੋਕਾਂ ਨੂੰ ਯਕੀਨ ਵੀ ਨਹੀਂ ਵੱਜਦਾ। ਕਿੰਨਿਆਂ ਨੇ ਕਿਹਾ ਹੋਵੇਗਾ, ਪਰਿਵਾਰ ਵਾਲੇ ਕਹਿੰਦੇ ਹੋਣਗੇ, ਬਾਬਾ ਰਾਮ ਰਾਏ ਨੇ ਕਈ ਵਾਰ ਕਹਿ ਦਿੱਤਾ ਹੋਵੇਗਾ ਜਿਹਨੇ ਇੰਨੀ ਵਾਰ ਜ਼ੋਰ ਲਾ ਦਿੱਤਾ ਹੈ। ਕੀਰਤਪੁਰ ਸਾਹਿਬ ਦੇ ਵਿੱਚ ਮਹਾਰਾਜ ਜੀ ਦੀਵਾਨ ਸਜਾਉਂਦੇ ਨੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਾਅਦ। ਦੀਵਾਨ ਤੇ ਉੱਥੇ ਨਿਰੰਤਰ ਪਹਿਲਾਂ ਦੇ ਵਾਂਗੂ ਚੱਲਦੇ ਨੇ, ਸੰਗਤਾਂ ਕੀਰਤਨ ਕਰਦੀਆਂ ਨੇ, ਮਹਾਰਾਜ ਜੀ ਉੱਥੇ ਬੈਠਦੇ ਨੇ ਤੇ ਮਹਾਰਾਜ ਜੀ ਦੀ ਬਾਣੀ ਦੇ ਉੱਤੇ ਪਕੜ ਉਹ ਬੜੇ ਕਮਾਲ ਦੀ ਸੀ। ਆਪ ਸਤਿਗੁਰੂ ਨੇ ਬਾਣੀ ਨਹੀਂ ਉਚਾਰੀ, ਪਰ ਸਤਿਗੁਰੂ ਦੀ ਜਦੋਂ ਵੀ ਅਸੀਂ ਸਾਖੀ ਦਾ ਹਵਾਲਾ ਲੈਂਦੇ ਹਾਂ ਤੇ ਮਹਾਰਾਜ ਜੀ ਉਸ ਉਮਰ ਦੇ ਵਿੱਚ ਵੀ ਜੇਕਰ ਕਿਸੇ ਨੂੰ ਕੋਈ ਗੱਲ ਸਮਝਾਉਣੀ ਹੁੰਦੀ ਸੀ ਨਾ ਤੇ ਬਾਣੀ ਦਾ ਹਵਾਲਾ ਦੇ ਕੇ ਸਮਝਾਉਂਦੇ ਹੁੰਦੇ ਸੀ ਵੀ ਭਾਈ ਆ ਵੇਖੋ ਜਿਹੜੇ ਵੱਡੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਇਸ ਗੱਲ ਨੂੰ ਕਿੱਦਾਂ ਬੋਲਿਆ ਹੋਇਆ ਹੈ।
ਉਹਦੇ ਵਿੱਚੋਂ ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ ਵੀ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਗਏ ਅਤੇ ਸੰਗਤਾਂ ਜਿਹੜੀਆਂ ਸੀ ਦੂਰੋਂ ਦੂਰੋਂ ਦਰਸ਼ਨ ਕਰਨ ਦੇ ਲਈ ਆਉਣੀਆਂ ਸ਼ੁਰੂ ਹੋ ਗਈਆਂ। ਅਤੇ ਕਈਆਂ ਲਈ ਇਹ ਵੀ ਬੜੇ ਮੌਕੇ ਬਣ ਜਾਂਦੇ ਨੇ ਨਾ ਵੀ ਜਿੱਥੇ ਭੀੜ ਜ਼ਿਆਦਾ ਹੋਵੇਗੀ ਉੱਥੇ ਸਾਡਾ ਦਾ ਵਧੀਆ ਲੱਗਦਾ। ਹਰ ਇੱਕ ਤਰੀਕੇ ਦੇ ਬੰਦੇ ਆਉਂਦੇ ਨੇ ਸੰਗਤ ਦੇ ਵਿੱਚ। ਤੁਸੀਂ ਨਗਰ ਕੀਰਤਨ ਦੇ ਵਿੱਚ ਵੇਖੋ, ਕਈ ਉੱਥੇ ਵੀ ਜੋੜੇ ਚੁੱਕਣ ਆਏ ਹੁੰਦੇ ਨੇ। ਹਰ ਇੱਕ ਆਪਣੀ ਆਪਣੀ ਆਸ਼ਾ ਦੇ ਅਨੁਸਾਰ ਆਪਣੀ ਆਪਣੀ ਭਾਵਨੀ ਲੈ ਕੇ ਆਉਂਦਾ ਹੈ ਵੀ ਮੈਂ ਕੀ ਲੈਣ ਆਇਆ ਉੱਥੋਂ। ਉਹ ਕਹਿੰਦੇ ਨੇ ਵੀ ਪਿਸ਼ਾਵਰ ਦੇ ਇਲਾਕੇ ਦੀ ਸੰਗਤ ਲੰਮੇ ਦਾ ਇਲਾਕਾ ਉਹਨੂੰ ਕਿਹਾ ਜਾਂਦਾ ਸੀ। ਉੱਥੋਂ ਦੀ ਸੰਗਤ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲਣ ਦੇ ਲਈ, ਦਰਸ਼ਨਾਂ ਦੇ ਲਈ ਕੀਰਤਪੁਰ ਆਉਣੀ ਸੀ ਅਤੇ ਉਹ ਸੰਗਤ ਜਥਿਆਂ ਦੇ ਰੂਪ ਦੇ ਵਿੱਚ ਆਉਂਦੀ ਸੀ। ਅਤੇ ਇਸੇ ਸੰਗਤ ਦੇ ਵਿੱਚ ਨਾ ਇੱਕ ਜਸਵੰਤ ਰਾਏ ਨਾਮ ਦਾ ਬੰਦਾ ਸੀ, ਉਹਨੂੰ ਚੋਰੀ ਕਰਨ ਦੀ ਆਦਤ ਸੀ। ਅਤੇ ਉਹਨੇ ਸੋਚਿਆ ਵੀ ਚਲੋ ਸੰਗਤ ਜਾ ਰਹੀ ਹੈ, ਇਹਨਾਂ ਦੇ ਨਾਲ ਜਾ ਕੇ ਅਤੇ ਕੀਰਤਪੁਰ ਜਾਂਦੇ ਆ। ਉੱਥੇ ਸੰਗਤਾਂ ਹੋਰ ਵੀ ਬੜੇ ਇਲਾਕਿਆਂ ਦੀਆਂ ਆਈਆਂ ਹੁੰਦੀਆਂ ਨੇ। ਹੱਥ ਮਾਰਨ ਦੀ ਆਦਤ ਜਿਹੜੀ ਸੀ ਉਹ ਜਾਂਦੀ ਨਹੀਂ ਸੀ, ਅਤੇ ਉੱਥੇ ਵਧੀਆ ਸਮਾਨ ਸਾਨੂੰ ਮਿਲ ਜਾਵੇਗਾ। ਵੇਖ ਲਓ, ਜਿਨ੍ਹਾਂ ਨੇ ਚੀਜ਼ਾਂ ਚੁੱਕਣੀਆਂ ਗੁਰਦੁਆਰੇ ਵਿੱਚ ਚੁੱਕ ਕੇ ਲੈ ਜਾਂਦੇ ਨੇ, ਕਿਸੇ ਨੂੰ ਕੀ ਕਿਹਾ ਜਾ ਸਕਦਾ। ਇਹ ਕੋਈ ਇੱਦਾਂ ਦੀ ਗੱਲ ਨਹੀਂ ਲੱਗੇਗੀ ਵੀ ਬੜੀ ਵੱਡੀ ਗੱਲ ਹੈ, ਸਾਨੂੰ ਖੁਦ ਹੀ ਪਤਾ ਹੁੰਦਾ ਵੀ ਕੀ ਬਣ ਜਾਂਦਾ। ਅਤੇ ਉਹ ਇਸ ਕਰਕੇ ਸੰਗਤ ਦੇ ਨਾਲ ਨਾਲ ਹੀ ਆਉਂਦਾ ਰਿਹਾ। ਅਤੇ ਆ ਕੇ ਅਤੇ ਅਜੇ ਉਹਨੇ ਕੀ ਕੀਤਾ ਵੀ ਜਦੋਂ ਇਸ ਵੇਲੇ ਇੱਥੇ ਦਰਬਾਰ ਦੇ ਵਿੱਚ ਪਹੁੰਚਾ ਅਤੇ ਕਹਿੰਦੇ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਬੈਠੇ ਹੋਏ ਸੀ ਅਤੇ ਮਹਾਰਾਜ ਜੀ ਨੂੰ ਬਾਕੀ ਸੰਗਤ ਦੇ ਵਾਂਗ ਹੀ ਉਹਨੇ ਮੱਥਾ ਟੇਕ ਲਿਆ। ਅਤੇ ਮਹਾਰਾਜ ਜੀ ਨੇ ਜਦੋਂ ਉਹਨੂੰ ਵੇਖਿਆ ਅਤੇ ਮਹਾਰਾਜ ਜੀ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਇਹ ਸ਼ਬਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਸਤਿਗੁਰੂ ਕਹਿੰਦੇ ਭਾਈ ਚੋਰ ਦੀ ਕੋਈ ਹਾਮੀ ਨਹੀਂ ਭਰਦਾ ਹੁੰਦਾ। ਤੂੰ ਜਿੰਨਾ ਮਰਜ਼ੀ ਸਮਾਜ ਦੇ ਵਿੱਚ ਚੰਗਾ ਹੋ ਜੇ, ਜਿੱਦਣ ਪਤਾ ਲੱਗ ਗਿਆ ਚੋਰ ਹੈ ਅਤੇ ਫਿਰ ਚੋਰ ਹੀ ਮੰਨਿਆ ਜਾਵੇਗਾ ਸਾਰੇ ਪਾਸੇ, ਕੋਈ ਹਾਮੀ ਨਹੀਂ ਭਰਦਾ। ਉਹਨੂੰ ਪਤਾ ਲੱਗ ਗਿਆ ਵੀ ਮਹਾਰਾਜ ਜੀ ਨੂੰ ਮੇਰੀ ਅੰਦਰ ਦੀ ਗੱਲ ਦਾ ਵੀ ਪਤਾ ਲੱਗ ਗਿਆ ਵੀ ਮੈਂ ਕਿਹੜੀ ਭਾਵਨਾ ਦੇ ਨਾਲ ਇੱਥੇ ਆਇਆ ਹਾਂ। ਉੱਥੇ ਉਹਨੇ ਸੰਗਤ ਦੇ ਕੋਲੋਂ ਮਾਫੀ ਮੰਗੀ ਮਹਾਰਾਜ ਜੀ ਦੇ ਸਾਹਮਣੇ ਵੀ ਸੱਚੇ ਪਾਤਸ਼ਾਹ ਮੈਂ ਤੌਬਾ ਕੀਤੀ ਵੀ ਅੱਗੇ ਤੋਂ ਮੈਂ ਇਹ ਕੰਮ ਨਹੀਂ ਕਰਾਂਗਾ। ਅਤੇ ਸੰਗਤ ਦੇ ਵਿੱਚ ਉਹਨੇ ਪ੍ਰਣ ਕੀਤਾ ਹੈ ਕਿ ਸੱਚੇ ਪਾਤਸ਼ਾਹ ਮੈਂ ਆਪਣੀ ਕਿਰਤ ਕਰਕੇ ਤੇ ਖਾਵਾਂਗਾ। ਗੱਲ ਇਹ ਨਹੀਂ ਹੈ ਵੀ ਮਹਾਰਾਜ ਜੀ ਨੇ ਸੁਭਾਅ ਬਦਲ ਦਿੱਤਾ। ਇਸ ਚੀਜ਼ ਨੂੰ ਸੋਚ ਕੇ ਵੇਖੋ, ਜੇ ਸਾਡੇ ਸਾਹਮਣੇ ਕੋਈ ਇੱਦਾਂ ਦਾ ਵਾਕਿਆਤ ਬਣ ਜੇ ਤਾਂ ਸਾਡੇ ਪੱਲੇ ਕਿੰਨੀ ਕੁ ਤਾਕਤ ਹੈ ਕਿਸੇ ਦਾ ਸੁਭਾਅ ਬਦਲ ਦਈਏ। ਅਸੀਂ ਤਾਂ ਸਜ਼ਾ ਹੀ ਦੇਵਾਂਗੇ ਨਾ ਵੀ ਤੈਨੂੰ ਸਜ਼ਾ ਮਿਲਣੀ ਹੈ, ਕਿਉਂਕਿ ਸਾਡੇ ਆਪਣੇ ਅੰਦਰ ਇੰਨੀ ਤਾਕਤ ਨਹੀਂ ਹੈ ਵੀ ਕਿਸੇ ਦਾ ਸੁਭਾਅ ਬਦਲ ਦਈਏ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਹੈ ਜਿਹੜੇ ਸੁਭਾਅ ਬਦਲ ਦਿੰਦੇ ਨੇ ਵੀ ਤੇਰੇ ਅੰਦਰੋਂ ਉਹ ਚੀਜ਼ ਹੀ ਖਤਮ ਕਰ ਦੇਣੀ ਵੀ ਤੇਰਾ ਦੁਬਾਰਾ ਜੀ ਹੀ ਨਾ ਕਰੇ। ਇਹ ਤੇ ਜਿਹੜੀਆਂ ਆਦਤਾਂ ਨੇ ਸਾਡੀਆਂ ਸਮਾਜਿਕ। ਇੱਕ ਹੋਰ ਗੱਲ ਦਾ ਜ਼ਿਕਰ ਆਉਂਦਾ ਹੈ, ਮਹਾਰਾਜ ਜੀ ਦੀ ਬਾਣੀ ਦਾ ਇੱਕ ਸ਼ਬਦ ਹੈ। ਹਜ਼ੂਰ ਕਹਿੰਦੇ ਨੇ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੈ ਨੰਗ। ਜਦੋਂ ਬੰਦੇ ਦੇ ਕੋਲ ਰਾਜ ਦੀ ਤਾਕਤ ਆਉਂਦੀ ਹੈ ਨਾ ਤੇ ਬੰਦਾ ਬੇਪਰਵਾਹ ਹੋ ਜਾਂਦਾ ਹੈ, ਫਿਰ ਉਹਨੂੰ ਦੁਨੀਆ ਦੀ ਪਰਵਾਹ ਨਹੀਂ ਰਹਿੰਦੀ। ਚੰਡੀਗੜ੍ਹ ਦੇ ਨੇੜੇ ਦਾ ਇਲਾਕਾ ਹੈ ਕਿ ਇੱਥੋਂ ਦਾ ਇੱਕ ਪੰਚ ਬਣ ਗਿਆ, ਮੁਖੀ ਬਣ ਗਿਆ, ਇਹਦਾ ਨਾਮ ਹੈ ਨੰਦ ਚੰਦ। ਅਤੇ ਉਹਨੇ ਕੀ ਕੀਤਾ, ਜਦੋਂ ਪੰਚ ਬਣ ਗਿਆ ਅਤੇ ਉਹਨੇ ਜਿੰਨੇ ਵੀ ਇਲਾਕੇ ਦੇ ਵਿੱਚ ਮਾੜੇ ਕੰਮ ਹੋਣੇ ਆਪ ਸਭ ਤੋਂ ਅੱਗੇ ਹੋ ਜਾਣਾ। ਦੇ ਵਿੱਚ ਵੀ ਪਤਾ ਵੀ ਤਾਕਤ ਮੇਰੇ ਕੋਲ ਹੈ, ਹੁਣ ਮੈਨੂੰ ਕਿਹੜਾ ਕਿਸੇ ਨੇ ਕੁਝ ਕਹਿ ਦੇਣਾ। ਲੋਕ ਡਰਦੇ ਹੁੰਦੇ ਸੀ ਤਾਕਤਾਂ ਦੇ ਵਿੱਚ ਵੀ ਇਹਨਾਂ ਦੇ ਕੋਲ ਤਾਕਤ ਹੈ ਅਤੇ ਕਈ ਕੁਝ ਕਰਵਾ ਸਕਦੇ ਨੇ, ਅਤੇ ਤਾਕਤ ਜਿਹਦੇ ਪੱਲੇ ਆ ਗਈ ਉਹ ਕਈ ਕੁਝ ਕਰ ਸਕਦਾ। ਉਹ ਵੀ ਵਿਚਾਰੀ ਹੋ ਗਿਆ, ਉਹ ਕਰੈਕਟਰਲੈਸ ਹੋ ਗਿਆ ਬੰਦਾ। ਅਤੇ ਹੁਣ ਜਿਹੜੇ ਉਹਦੇ ਨਾਲ ਦੀ ਬਾਕੀ ਪੰਚਾਇਤ ਸੀ, ਬਾਕੀ ਬੰਦੇ ਸੀ, ਉਹ ਸਮਝਾਉਂਦੇ ਸੀ ਵੀ ਭਾਈ ਇਹ ਕੰਮ ਛੱਡ ਦੇ, ਪਰ ਕੀ ਕਰੇ ਵਿਚਾਰਾ। ਉਹ ਇੱਕ ਆਦਤ ਹੁੰਦੀ ਹੈ ਨਾ, ਜਿਹਦਾ ਅਸੀਂ ਸ਼ਬਦ ਇੱਥੇ ਪੜ੍ਹਿਆ ਵੀ ਰੰਗ ਰੱਤਾ ਨੱਚੈ ਨੰਗ। ਬੰਦਾ ਬੇਸ਼ਰਮ ਹੋ ਕੇ ਨੱਚਦਾ ਹੈ ਇਹਨਾਂ ਚੀਜ਼ਾਂ ਦੇ ਵਿੱਚ। ਮੈਂ ਸ਼ਬਦ ਵਰਤਦਾ ਪਿਆ ਹਾਂ, ਮਾਫ਼ ਕਰ ਦਿਓ। ਬੇਪਰਵਾਹ ਹੋ ਕੇ, ਕੋਈ ਨਹੀਂ ਪਤਾ ਵੀ ਦੁਨੀਆ ਮੇਰੇ ਬਾਰੇ ਕੀ ਕਹਿੰਦੀ, ਉਹ ਆਪਣੇ ਰੰਗ ਦੇ ਵਿੱਚ ਲੱਗੇ ਹੁੰਦੇ ਨੇ। ਉਹ ਨਾਲਦਿਆਂ ਨੇ ਸਮਝਾਉਣਾ ਅਤੇ ਸਮਝਿਆ ਵੀ ਕੋਈ ਨਹੀਂ ਸਮਝਾਇਆ। ਅਤੇ ਆ ਕੇ ਕਹਿੰਦੇ ਸੰਗਤ ਆਉਣੀ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ, ਅਤੇ ਆ ਕੇ ਇਹ ਵੀ ਸੰਗਤ ਦੇ ਵਿੱਚ ਕਿਸੇ ਬਹਾਨੇ ਦੇ ਕਰਕੇ ਆ ਗਿਆ। ਮਹਾਰਾਜ ਨੇ ਜ਼ਿੰਦਗੀ ਬਦਲਣੀ ਸੀ। ਕਹਿੰਦੇ ਇਹਨੇ ਵੀ ਜਦੋਂ ਆ ਕੇ ਸੰਗਤ ਦੇ ਵਿੱਚ ਮਹਾਰਾਜ ਦੇ ਕੋਲ ਮੱਥਾ ਟੇਕਿਆ ਨਾ, ਅਤੇ ਮਹਾਰਾਜ ਜੀ ਨੇ ਪਤਾ ਕੀ ਕਿਹਾ। ਹਜ਼ੂਰ ਕਹਿੰਦੇ ਸੀਸ ਨਿਵਾਇਆ ਕਿਆ ਥੀ ਹੈ ਜਾਂ ਹਿਰਦੇ ਕੁਸੁੱਦੇ ਜਾਹੇ। ਭਾਈ ਇਕੱਲਾ ਮੱਥਾ ਟੇਕਣ ਦੇ ਨਾਲ ਕੀ ਹੋਵੇਗਾ ਜੇ ਤੁਸੀਂ ਅੰਦਰੋਂ ਟੇਢੇ ਤੁਰਦੇ ਫਿਰਦੇ ਜੀ। ਸੀਸ ਨਿਵਾਇਆ ਕਿਆ ਥੀ ਹੈ ਜਾਂ ਹਿਰਦੇ ਕੁਸੁੱਦੇ ਜਾਹੇ, ਆਸਾ ਦੀ ਵਾਰ ਦਾ ਬਚਨ ਹੈ ਵੀ ਭਾਈ ਉੱਦਾਂ ਤੁਸੀਂ ਗੱਲ ਨਹੀਂ ਮੰਨਦੇ, ਪਰ ਮੱਥਾ ਟੇਕਣ ਨੂੰ ਤੁਸੀਂ ਅੱਗੇ ਹੋ ਜਾਂਦੇ ਹੋ, ਅਤੇ ਇੱਦਾਂ ਦਾ ਮੱਥਾ ਟੇਕਿਆ ਤੁਹਾਡਾ ਕਿਸ ਕੰਮ ਆਵੇਗਾ। ਅਤੇ ਮਹਾਰਾਜ ਨੂੰ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਮੈਂ ਕੀ ਕਰਾਂ, ਮੇਰੀ ਆਦਤ ਨਹੀਂ ਛੁੱਟਦੀ। ਸਤਿਗੁਰੂ ਨੇ ਕਿਹਾ ਵੀ ਭਾਈ ਤੂੰ ਰਹਿ ਇੱਥੇ। ਸੰਗਤ ਦੇ ਮਾਹੌਲ ਦੇ ਵਿੱਚ ਰਹਿੰਦਾ ਇਹ ਸਾਰਾ ਕੁਝ ਹੀ ਹੌਲੀ ਹੌਲੀ ਛੱਡ ਗਿਆ।
ਵਾਪਸ ਉੱਥੇ ਹੀ ਜਾ ਕੇ ਇਹਨੂੰ ਪਤਾ ਲੱਗਾ ਵੀ ਮੈਂ ਤਾਂ ਜ਼ਿੰਦਗੀ ਬਰਬਾਦ ਕਰ ਦੇਣ ਲੱਗਾ ਸੀ ਇਹਨਾਂ ਕੰਮਾਂ ਦੇ ਵਿੱਚ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਵੇਲੇ ਦੀ ਗਾਥਾ ਹੈ ਵੀ ਮਹਾਰਾਜ ਜ਼ਿੰਦਗੀਆਂ ਕਿੱਦਾਂ ਬਦਲ ਦਿੰਦੇ ਨੇ। ਚਲੋ ਇੱਕ ਦੋ ਗਾਥਾ ਹੋਰ ਨੇ, ਮੈਂ ਆਪ ਜੀ ਦੇ ਅੱਗੇ ਉਹ ਵੀ ਰੱਖ ਦੇਵਾਂ। ਤੰਬਾਕੂ ਨਵਾਂ ਆਇਆ ਸੀ ਹਿੰਦੁਸਤਾਨ ਦੇ ਵਿੱਚ। ਇਹ ਹਿੰਦੁਸਤਾਨ ਦੀ ਉਪਜ ਨਹੀਂ ਹੈ ਤੰਬਾਕੂ, ਹੁਣ ਪ੍ਰਚਲਿਤ ਇੰਨਾ ਹੋ ਗਿਆ ਹੈ। ਇਹ ਵੈਸੇ ਸਪੇਨ ਤੋਂ ਆਇਆ ਹੈ ਹਿੰਦੁਸਤਾਨ। ਇਹ ਹਿੰਦੁਸਤਾਨ ਦੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋਗੇ ਤੁਹਾਨੂੰ ਤੰਬਾਕੂ ਦਾ ਜ਼ਿਕਰ ਨਹੀਂ ਮਿਲੇਗਾ, ਕਿਉਂਕਿ ਜਿਸ ਵੇਲੇ ਤੰਬਾਕੂ ਹਿੰਦੁਸਤਾਨ ਦੇ ਵਿੱਚ ਪਹੁੰਚਾ ਹੈ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਹੋ ਚੁੱਕੀ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੰਪਾਦਿਤ ਕਰ ਦਿੱਤਾ ਹੈ। ਤੰਬਾਕੂ ਬਾਅਦ ਦੇ ਵਿੱਚ ਹਿੰਦੁਸਤਾਨ 'ਚ ਪਹੁੰਚਦਾ ਹੈ। ਇਸ ਕਰਕੇ ਤੁਸੀਂ ਨਸ਼ਿਆਂ ਦਾ ਜ਼ਿਕਰ ਪੜ੍ਹੋਗੇ ਨਾ, ਪਾਨ ਸੁਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਇਹਦਾ ਜ਼ਿਕਰ ਤਾਂ ਆਵੇਗਾ, ਤੰਬਾਕੂ ਦਾ ਜ਼ਿਕਰ ਨਹੀਂ ਆਵੇਗਾ। ਉਹਦੀ ਘਟਨਾ ਵੱਖਰੀ ਹੈ। ਪਰ ਇਹ ਇੰਨੀ ਜਲਦੀ ਫੈਲਿਆ ਹੈ ਹਿੰਦੁਸਤਾਨ ਦੇ ਵਿੱਚ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਵੇਲੇ ਤੱਕ ਪਹੁੰਚਦਿਆਂ ਬੜੇ ਲੋਕ ਇਹਦੇ ਆਦੀ ਹੋ ਗਏ ਸੀ, ਇਹਨੂੰ ਬੀਜਣ ਵੀ ਲੱਗ ਪਏ। ਅਤੇ ਉਹਦਾ ਕਾਰਨ ਇਹ ਬਣਿਆ ਵੀ ਗੁਰੂ ਸਾਹਿਬ ਦੇ ਵੇਲੇ ਇੱਕ ਸਿੱਖ ਸੀ, ਉਹ ਆਇਆ ਅਤੇ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਸੀ, ਬੜੀ ਸੰਗਤ ਆਉਂਦੀ ਸੀ। ਇਹਦਾ ਨਾਮ ਦੱਸਿਆ ਹੈ ਜੰਜੀਆ। ਅਤੇ ਆ ਕੇ ਮਹਾਰਾਜ ਨੂੰ ਕਹਿੰਦਾ ਕਿ ਸੱਚੇ ਪਾਤਸ਼ਾਹ ਧਾਰਮਿਕ ਕੰਮ ਤਾਂ ਮੈਂ ਵੀ ਬੜੇ ਕਰਦਾ ਹਾਂ, ਪਰ ਉਹ ਇੱਕ ਚੈਨ ਜਿਹਾ ਨਹੀਂ ਆਉਂਦਾ, ਟਿਕਾ ਨਹੀਂ ਆਉਂਦਾ। ਅਤੇ ਮਹਾਰਾਜ ਕਹਿੰਦੇ ਵੀ ਜਿੰਨਾ ਚਿਰ ਤੰਬਾਕੂ ਵਰਤਦਾ ਹੈ ਉਹਨਾਂ ਚਿਰ ਚੈਨ ਨਹੀਂ ਆਉਣਾ। ਜਿੰਨਾ ਚਿਰ ਇਹ ਚੀਜ਼ ਦੀ ਤੈਨੂੰ ਆਦਤ ਹੈ ਨਾ, ਇਹਨੂੰ ਛੱਡੇਗਾ ਤਾਂ ਫਿਰ ਤੂੰ ਕੁਝ ਆਪਣੇ ਅੰਦਰੋਂ ਟਿਕਾ ਹਾਸਲ ਕਰ ਲਵੇਂਗਾ। ਹੁਣ ਇਸ ਚੀਜ਼ ਨੂੰ ਸੋਚ ਕੇ ਵੇਖਿਓ ਵੀ ਜਿਹੜੀ ਚੀਜ਼ ਸਾਨੂੰ ਬਾਅਦ ਦੇ ਵਿੱਚ ਰਹਿਤ ਮਰਿਆਦਾ ਦੇ ਵਿੱਚ ਮਿਲਦੀ ਹੈ ਵੀ ਤੰਬਾਕੂ ਖਾਣ ਵਾਲਾ ਜਿਹੜਾ ਹੈ ਉਹ ਪਤਿਤ ਹੋ ਜਾਂਦਾ ਹੈ, ਉਸ ਗੱਲ ਨੂੰ ਸ਼ੁਰੂ ਕਿੰਨੇ ਕੀਤਾ ਹੈ ਸਾਡੇ ਵਿੱਚ। ਹਾਲਾਂਕਿ ਗੁਰੂ ਨਾਨਕ ਸਾਹਿਬ ਤੋਂ ਗੱਲ ਹੈ ਵੀ ਨਸ਼ਾ ਨਹੀਂ ਕਰਨਾ, ਪਰ ਉਹਨੂੰ ਪ੍ਰਤੱਖ ਤੌਰ 'ਤੇ ਜਿਹੜਾ ਹੁਕਮਨਾਮਾ ਸਾਡੇ ਸਿੱਖਾਂ ਦੇ ਪੱਲੇ ਆ ਗਿਆ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਤੋਂ ਆ ਗਿਆ ਵੀ ਭਾਈ ਤੰਬਾਕੂ ਨਹੀਂ ਵਰਤਣਾ। ਔਰ ਇਹਨੂੰ ਜਗਤ ਜੂਠ ਕਿਹਾ ਜਾਂਦਾ ਸੀ। ਜਗਤ ਜੂਠ ਦਾ ਮਤਲਬ ਹੁੰਦਾ ਹੈ ਵੀ ਜਿੱਥੇ ਸਾਰਾ ਸੰਸਾਰ ਜਿਹੜਾ ਨਾ ਜੂਠਾ ਛੱਡ ਦਿੰਦਾ ਨਾ, ਇਹ ਉਹ ਚੀਜ਼ ਹੈ, ਬੰਦਾ ਉਹ ਖਾਂਦਾ ਹੈ। ਜਿੱਦਾਂ ਵੇਖੋ, ਇਹਨੂੰ ਸਮਝ ਲਓ, ਸਾਡੇ ਲੰਗਰ ਦੇ ਵਿੱਚ ਤਾਂ ਗੱਲ ਹੋਰ ਹੋ ਜਾਂਦੀ ਹੈ ਨਾ ਵੀ ਸੰਗਤ ਉਸ ਥਾਂ ਦੇ ਉੱਤੇ ਵੀ ਹੱਥ ਮਾਰ ਕੇ ਥਾਲੀਆਂ ਸਾਫ਼ ਕਰਦੀ ਹੈ, ਪਰ ਕਿਸੇ ਥਾਂ ਦੇ ਉੱਤੇ ਸਾਰੇ ਪ੍ਰਸ਼ਾਦਿਆਂ ਦੀ, ਗਿੱਲੇ ਪ੍ਰਸ਼ਾਦੇ ਹੋਣ, ਸਬਜ਼ੀ ਪਈ ਹੋਵੇ, ਹੋਰ ਚੀਜ਼ਾਂ ਪਈਆਂ ਹੋਣ ਅਤੇ ਇੱਕ ਟੱਬ ਦੇ ਵਿੱਚ ਇਕੱਠੀਆਂ ਕਰ ਦਿੱਤੀਆਂ ਜਾਂਦੀਆਂ, ਅਤੇ ਉਹਨੂੰ ਕੀ ਕਿਹਾ ਜਾਂਦਾ ਵੀ ਜਗਤ ਜੂਠ। ਮਤਲਬ ਸਾਰਿਆਂ ਦਾ ਜੂਠਾ ਜਿਹੜਾ ਨਾ ਇੱਥੇ ਪਿਆ ਹੋਇਆ। ਅਤੇ ਤੰਬਾਕੂ ਨੂੰ ਕੀ ਕਿਹਾ? ਜਗਤ ਜੂਠ। ਵੀ ਸਾਰਿਆਂ ਦਾ ਜੂਠਾ, ਜਿਹੜੀ ਜੂਠੀ ਚੀਜ਼ ਹੈ ਨਾ, ਸਭ ਤੋਂ ਨਿਕੰਮੀ ਚੀਜ਼ ਹੈ ਉਹ ਤੰਬਾਕੂ ਹੈ। ਅਤੇ ਮਹਾਰਾਜ ਨੇ ਸਾਨੂੰ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਚਾ ਲਿਆ ਉਸ ਚੀਜ਼ ਤੋਂ। ਇਹ ਲਿਖਤੀ ਹਵਾਲੇ ਨੇ, ਮੈਂ ਇਸ ਕਰਕੇ ਆਪ ਜੀ ਦੇ ਅੱਗੇ ਰੱਖਦਾ। ਚਲੋ ਇੱਕ ਪਾਸਾ ਹੋਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ, ਇਹ ਕੀਰਤਪੁਰ ਸਾਹਿਬ ਦੀਆਂ ਸਾਖੀਆਂ ਨੇ, ਜਿੱਥੇ ਉੱਥੇ ਮਹਾਰਾਜ ਜੀ ਜਿਹੜੇ ਇਹ ਕਹਿੰਦੇ ਸੀ ਵੀ ਸਤਿਗੁਰੂ ਤੇ ਬਚਪਨ ਦੇ ਵਿੱਚ ਹੀ ਨੇ। ਇੱਕ ਸਿੱਖ ਦਾ ਜ਼ਿਕਰ ਆਉਂਦਾ ਹੈ। ਸਿੱਖ ਮੈਂ ਇਸ ਕਰਕੇ ਕਹਿੰਦਾ ਹਾਂ ਕਿ ਅਜੇ ਗੁਰੂ ਸਾਹਿਬਾਨ ਦੇ ਕੋਲ ਬਾਅਦ ਦੇ ਵਿੱਚ ਰਹਿੰਦੇ ਹੁੰਦੇ ਸੀ, ਪਹਿਲਾਂ ਤਾਂ ਦਰਸ਼ਨਾਂ ਦੇ ਲਈ ਹੀ ਆਉਂਦੇ ਹੁੰਦੇ ਸੀ। ਇਸ ਕਰਕੇ ਮੇਰਾ ਖੁਦ ਇਸ ਚੀਜ਼ ਨੂੰ ਸੋਚਣਾ ਹੈ ਵੀ ਸਾਡੇ ਗੁਰਦੁਆਰੇ ਦੀ ਸੰਗਤ ਇੱਦਾਂ ਦੀ ਹੋਣੀ ਚਾਹੀਦੀ ਆ ਵੀ ਬੰਦੇ ਨੂੰ ਲੱਗੇ ਵੀ ਮੈਂ ਕਿਤੇ ਹੋ ਕੇ ਆਇਆ। ਜੇ ਪਹਿਲਾਂ ਹੀ ਸੁਭਾਅ ਲੈ ਕੇ ਵਾਪਸ ਮੁੜ ਗਿਆ ਤਾਂ ਬੰਦੇ ਦਾ ਗੁਰਦੁਆਰੇ ਆਉਣਾ ਕੀ ਹੋਇਆ। ਇਹ ਸਾਡੇ ਸਾਰਿਆਂ ਦਾ ਫਰਜ਼ ਹੈ, ਮੇਰਾ ਵੀ, ਤੁਹਾਡਾ ਵੀ, ਵੀ ਜੇ ਕੋਈ ਆ ਰਿਹਾ ਹੈ ਪਹਿਲਾਂ ਅਸੀਂ ਬਦਲ ਜਾਈਏ, ਆਏ ਹੋਏ ਨੂੰ ਇੱਕ ਪ੍ਰਭਾਵ ਮਹਿਸੂਸ ਹੋਵੇ ਵੀ ਮੈਂ ਵਾਕਿਆ ਦੁਨੀਆ ਤੋਂ ਕਿਸੇ ਵੱਖਰੀ ਥਾਂ 'ਤੇ ਆਇਆ ਹਾਂ, ਜਿਹਨੂੰ ਅਸੀਂ ਕੱਲ੍ਹ ਵੀ ਚਲੋ ਵਿਚਾਰਿਆ ਹੈ। ਉਹਦੀ ਸ਼ਰਾਬ ਪੀਣ ਦੀ ਬੜੇ ਕਮਾਲ ਦੀ ਆਦਤ ਸੀ। ਉਹਨੂੰ ਗੋਂਦਾ ਮੱਲ ਲਿਖਿਆ ਹੈ ਜਾਂ ਗੇਂਦਾ ਮੱਲ ਨਾਮ ਲਿਖਿਆ ਹੈ ਸਤਬੀਰ ਸਿੰਘ ਹੁਣਾਂ ਨੇ। ਸ਼ਰਾਬ ਪੀਣ ਦੀ ਆਦਤ ਸੀ ਪਰ ਛੁੱਟਦੀ ਨਹੀਂ ਸੀ। ਇਹ ਲੱਤ ਲੱਗ ਜਾਂਦੀ ਹੈ, ਐਡਿਕਸ਼ਨ ਹੋ ਜਾਂਦੀ ਹੈ ਬੰਦੇ ਨੂੰ, ਛੁੱਟਦੀ ਨਹੀਂ ਸੀ ਉਹਦੀ। ਅਤੇ ਜਦੋਂ ਕਿਤੇ ਛੱਡਣ ਦੀ ਕੋਸ਼ਿਸ਼ ਕਰੇ, ਮਨ ਦੇ ਵਿੱਚ ਆਉਂਦਾ ਸੀ ਵੀ ਛੱਡ ਦੇਵਾਂ, ਛੱਡਣ ਦੀ ਕੋਸ਼ਿਸ਼ ਕਰੇ ਅਤੇ ਜਿਹੜੇ ਨਾਲ ਫਿਰਨ ਵਾਲੇ ਸੀ ਉਹ ਨਹੀਂ ਸੀ ਛੱਡਣ ਦਿੰਦੇ। ਇਹ ਮਹਾਰਾਜ ਜੀ ਦੇ ਕੋਲ ਆਇਆ ਕੀਰਤਪੁਰ, ਅਤੇ ਮਹਾਰਾਜ ਜੀ ਨੇ ਇਹਨੂੰ ਕੁਝ ਦਿਨ ਆਪਣੇ ਕੋਲ ਰੱਖ ਲਿਆ। ਜਦੋਂ ਹੁਣ ਉੱਥੇ ਰਹਿਣ ਲੱਗ ਪਿਆ ਅਤੇ ਉੱਥੇ ਵੇਖੋ ਵੀ ਸੰਗਤ ਦੇ ਵਿੱਚ ਵੇਖਦਾ ਵੀ ਸਿੱਖ ਸੇਵਾ ਕਰਦੇ ਨੇ, ਬਾਣੀ ਪੜ੍ਹਦੇ ਨੇ, ਸੁਭਾਅ ਬੜੇ ਕਮਾਲ ਦਾ ਹੈ। ਉਹ ਕੀਰਤਪੁਰ ਦਾ ਜਿਹੜਾ ਮਾਹੌਲ ਸੀ ਨਾ, ਉਹਦੇ ਉੱਤੇ ਉਹਦਾ ਇੰਨਾ ਜ਼ਿਆਦਾ ਪ੍ਰਭਾਵ ਪਿਆ ਵੀ ਜਦੋਂ ਕੁਝ ਦਿਨ ਉੱਥੇ ਰਿਹਾ ਅਤੇ ਉਹਦਾ ਨਸ਼ਾ ਛੁੱਟ ਗਿਆ। ਤੁਸੀਂ ਇਸ ਚੀਜ਼ ਨੂੰ ਵੇਖੋ। ਹੁਣ ਸੈਂਟਰ ਕਿਉਂ ਕਾਇਮ ਕੀਤੇ ਜਾਂਦੇ ਨੇ? ਇਸੇ ਕਰਕੇ ਕੀਤੇ ਜਾਂਦੇ ਨੇ ਵੀ ਉਹਨੂੰ ਉਸ ਸਰਕਲ ਦੇ ਵਿੱਚੋਂ ਤੋੜਨਾ ਹੁੰਦਾ ਹੈ। ਦਵਾਈਆਂ ਦੇਣ ਦੀ ਤਾਂ ਗੱਲ ਬਾਅਦ ਦੇ ਵਿੱਚ ਹੈ, ਉਹਨੂੰ ਉਸ ਸਰਕਲ ਦੇ ਨਾਲੋਂ ਤੋੜਨਾ ਹੁੰਦਾ ਵੀ ਇਹ ਸਰਕਲ ਟੁੱਟੇਗਾ, ਨਵੇਂ ਸਰਕਲ ਦੇ ਵਿੱਚ ਰਹੇਗਾ ਅਤੇ ਆਪੇ ਆਦਤਾਂ ਛੁੱਟ ਜਾਣਗੀਆਂ। ਜਿਨ੍ਹਾਂ ਨੂੰ ਸਰਕਲ ਨਹੀਂ ਤੋੜਨਾ ਆਉਂਦਾ ਉਹਨਾਂ ਲਈ ਇਹ ਚੀਜ਼ ਬੜੀ ਔਖੀ ਹੈ। ਉਹ ਗੁਰਦੁਆਰਾ ਕੀਰਤਪੁਰ ਜਿਹੜਾ ਹੈ ਉਹਦਾ ਸਰਕਲ ਟੁੱਟ ਗਿਆ ਉੱਥੇ ਆ ਕੇ, ਉਹਦੀ ਨਸ਼ੇ ਦੀ ਆਦਤ ਜਾਂਦੀ ਰਹੀ। ਅਤੇ ਇੱਕ ਹੋਰ ਕਮਾਲ ਦੀ ਘਟਨਾ ਹੈ ਕੀਰਤਪੁਰ ਸਾਹਿਬ ਦੀ, ਬੜੇ ਸਮਝ ਵਾਲੀ ਸਾਡੀ ਸਾਖੀ ਹੈ, ਜਿਹਨੂੰ ਇੱਦਾਂ ਕਿਹਾ ਜਾਂਦਾ ਹੈ ਕਿ ਗੁਰਮਤਿ ਨੇ ਜਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਗੁਰੂ ਨਾਨਕ ਸਾਹਿਬ ਨੇ ਇਹ ਤਾਂ ਕਿਹਾ ਹੈ ਵੀ ਸੋ ਕਿਉਂ ਮੰਦਾ ਆਖੀਏ ਜਿਤ ਜੰਮਹਿ ਰਾਜਾਨ, ਜਾਂ ਅਸੀਂ ਗੁਰਬਾਣੀ ਦੇ ਵਿੱਚੋਂ ਪੜ੍ਹਿਆ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ
ਵੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਵੇਲੇ, ਵੈਸੇ ਤਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਅਤੇ ਉਹਦੇ ਤੋਂ ਪਹਿਲਾਂ ਵੀ ਇੱਕ ਬੜੀ ਭੈੜੀ ਪਰੰਪਰਾ ਹਿੰਦੁਸਤਾਨ ਦੇ ਵਿੱਚ ਚੱਲਦੀ ਸੀ ਅਤੇ ਅਜੇ ਵੀ ਕਿਤੇ ਨਾ ਕਿਤੇ ਕਿਸੇ ਰੂਪ ਦੇ ਵਿੱਚ ਚੱਲਦੀ ਹੈ। ਹੁਣ ਤਾਂ ਸਗੋਂ ਤਰੱਕੀ ਹੋ ਗਈ ਹੈ। ਉਹ ਇਹ ਸੀ ਵੀ ਬੱਚੀ ਨੂੰ ਜੰਮਦਿਆਂ ਹੀ ਮਾਰ ਦਿੱਤਾ ਜਾਂਦਾ ਸੀ। ਔਰ ਸਤਬੀਰ ਸਿੰਘ ਹੁਣਾਂ ਨੇ ਇਸ ਗੱਲ ਨੂੰ ਲਿਖਿਆ ਹੈ, ਪ੍ਰਿੰਸੀਪਲ ਸਤਬੀਰ ਸਿੰਘ ਹੁਣਾਂ ਨੇ। ਉਹ ਕਹਿੰਦੇ ਨੇ ਵੀ ਇੱਦਾਂ ਦੇ ਹਾਲ ਹੁੰਦੇ ਸੀ ਵੀ ਬੱਚੀ ਦਾ ਜਨਮ ਹੋਣਾ ਅਤੇ ਉਹਦੇ ਪਿਤਾ ਨੇ ਬੱਚੀ ਨੂੰ ਬਾਹਰ ਲੈ ਕੇ ਅਤੇ ਆਪ ਮਾਰ ਦਿੰਦਾ ਹੁੰਦਾ ਸੀ। ਤੁਸੀਂ ਸ਼ੁਕਰ ਕਰੋ ਰੱਬ ਦਾ ਵੀ ਅਸੀਂ ਕਿਹੋ ਜਿਹੇ ਸਮਾਜ ਦੇ ਵਿੱਚੋਂ ਨਿਕਲ ਕੇ ਬਾਹਰ ਆ ਗਏ ਹਾਂ। ਨਹੀਂ ਤਾਂ ਪਤਾ ਹੀ ਨਹੀਂ ਵੀ, ਕਿਉਂਕਿ ਕਾਰਨ ਸਭ ਤੋਂ ਵੱਡਾ ਇਹ ਹੁੰਦਾ ਸੀ ਵੀ ਇੱਕ ਰਾਜ ਇੱਦਾਂ ਦੇ ਲੋਕਾਂ ਦਾ ਵੀ ਜੇ ਬੱਚੀਆਂ ਵੱਡੀਆਂ ਹੋ ਗਈਆਂ ਤਾਂ ਪਤਾ ਨਹੀਂ ਧੱਕੇ ਨਾਲ ਕੋਈ ਖੋਹ ਕੇ ਨਾ ਲੈ ਜਾਵੇ, ਇਸ ਗੱਲ ਦਾ ਵੀ ਡਰ। ਦੂਸਰੇ ਨੰਬਰ ਦੇ ਉੱਤੇ ਵੀ ਬੱਚੀ ਜਿਹੜੀ ਹੈ ਉਹਦੀ ਬਦਨਾਮੀ ਨਾ ਕਿਤੇ ਸਾਡੇ ਪੱਲੇ ਪੈ ਜਾਵੇ। ਮੈਂ ਇਸ ਕਰਕੇ, ਕਿਉਂਕਿ ਮੈਂ ਸਹਿਮਤ ਨਹੀਂ ਹਾਂ ਇਹਨਾਂ ਗੱਲਾਂ ਦੇ ਨਾਲ, ਪਰ ਇਹ ਉਹਨਾਂ ਲੋਕਾਂ ਦੀ ਮੈਂਟੈਲਿਟੀ ਹੈ ਜਿਨ੍ਹਾਂ ਦੇ ਵਿੱਚ ਬੱਚੀ ਨੂੰ ਮਾਰਿਆ ਜਾਂਦਾ ਸੀ। ਹੁਣ ਤਾਂ ਇੰਨੀ ਤਰੱਕੀ ਹੋ ਗਈ ਹੈ, ਉਦੋਂ ਤਾਂ ਜਨਮ ਲੈ ਲੈਂਦੀਆਂ ਸੀ, ਹੁਣ ਤਾਂ ਜਨਮ ਵੀ ਨਹੀਂ ਲੈਣ ਦਿੱਤਾ ਜਾਂਦਾ ਨਾ। ਤੁਸੀਂ ਰੇਸ਼ੋ ਪੜ੍ਹ ਕੇ ਵੇਖ ਲਓ ਕੀ ਹਾਲ ਬਣਦਾ ਪਿਆ। ਹੁਣ ਤਾਂ ਜਨਮ ਵੀ ਨਹੀਂ ਲੈਣ ਦਿੱਤਾ ਜਾਂਦਾ। ਸਾਡੇ ਕੋਲ ਇੰਨੀਆਂ ਕਮਾਲ ਦੀਆਂ ਮਸ਼ੀਨਾਂ ਆ ਗਈਆਂ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਵੇਲੇ ਜਦੋਂ ਇਹ ਗੱਲ ਆਉਂਦੀ ਹੈ ਅਤੇ ਉਸ ਵੇਲੇ ਇੱਕ ਰੋਪੜ ਦਾ ਇੱਕ ਇੱਦਾਂ ਕਹਿ ਲਈਏ ਸ਼ਾਹੂਕਾਰ ਸੀ, ਵਪਾਰੀ ਬੰਦਾ ਸੀ, ਅਤੇ ਇਹ ਖਾਸ ਕਰਕੇ ਨਾ ਅਮੀਰਾਂ ਦੇ ਵਿੱਚ ਬੜੀ ਆਦਤ ਸੀ। ਇੰਝ ਲੱਗਦਾ ਹੁੰਦਾ ਸੀ ਵੀ ਜੇ ਬੱਚੀ ਵਿਆਹਾਂਗੇ ਤਾਂ ਸਾਨੂੰ ਨੀਵੇਂ ਹੋਣਾ ਪੈਣਾ, ਕਿਉਂਕਿ ਸੁਭਾਵਿਕ ਜਿਹੀ ਗੱਲ ਨੀਵੇਂ ਤਾਂ ਹੋਣਾ ਪੈਂਦਾ ਹੀ ਹੈ। ਬੜਾ ਕੁਝ ਮਾਣ ਵੇਖਣਾ ਪੈਂਦਾ। ਜਿਹੜਾ ਬੰਦਾ ਆਪਣੇ ਪੁੱਤ ਦੇ ਵਿਆਹ ਵਾਰੀ ਬੜੀਆਂ ਬਾਹਾਂ ਤਾਂ ਰੱਖਦਾ ਹੈ, ਬੱਚੀ ਦਾ ਵਿਆਹ ਹੋਵੇ ਤਾਂ ਉਹਨੂੰ ਸੋਚਣਾ ਪੈਂਦਾ ਵੀ ਬਸ ਕਿਸੇ ਨਾ ਕਿਸੇ ਤਰੀਕੇ ਨਾਲ ਨਿਭ ਜਾਵੇ। ਇੱਕ ਮਨ ਦੇ ਵਿੱਚ ਡਰ ਹੁੰਦਾ ਹੈ। ਮੈਂ ਨਹੀਂ ਕਹਿੰਦਾ ਲੜਕੇ ਵਾਰੀ ਹੁੰਦਾ ਨਹੀਂ, ਪਰ ਲੜਕੀ ਵਾਰੀ ਜ਼ਿਆਦਾ ਹੁੰਦਾ ਹੈ। ਚਲੋ ਵਾਹਿਗੁਰੂ ਤੰਦਰੁਸਤੀ ਦੇਵੇ। ਉਸ ਵੇਲੇ ਇੱਕ ਮਨ ਦੇ ਵਿੱਚ ਵਹਿਮ ਸੀ ਵੀ ਸਾਨੂੰ ਨੀਵੇਂ ਹੋਣਾ ਪਵੇਗਾ ਰਿਸ਼ਤਾ ਕਰਨ ਦੇ ਲਈ। ਪਰ ਨੀਵਾਂ ਕੌਣ ਹੁੰਦਾ ਹੈ? ਉਹ ਆਕੜ ਜਿਹੜੀ ਸੀ ਉਹ ਅਮੀਰਾਂ ਦੇ ਵਿੱਚ ਖਾਸ ਕਰਕੇ ਹੁੰਦੀ ਸੀ। ਅਤੇ ਇਹ ਰੋਪੜ ਦਾ ਰਹਿਣ ਵਾਲਾ ਇੱਕ ਸ਼ਾਹੂਕਾਰ ਸੀ ਜਿਹਦਾ ਨਾਮ ਸੀ ਰਾਜਾ ਰਾਮ। ਅਤੇ ਇਹ ਬਾਕੀ ਸੰਗਤ ਕੀਰਤਪੁਰ ਆਉਂਦੀ ਹੁੰਦੀ ਸੀ। ਅਤੇ ਉਸ ਵੇਲੇ ਕੀ ਹੋਇਆ, ਇਹ ਵੀ ਬਾਕੀ ਸੰਗਤ ਦੇ ਵਾਂਗ ਆ ਗਿਆ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ। ਅਤੇ ਵੇਖੋ ਆ ਕੇ ਅਤੇ ਅਜੇ ਸੰਗਤ ਦੇ ਵਿੱਚ ਭੇਟਾ ਲੈ ਕੇ ਆਇਆ, ਆਪਣੇ ਵੱਲੋਂ ਚੀਜ਼ਾਂ ਲੈ ਕੇ ਆਇਆ। ਅਤੇ ਚੀਜ਼ਾਂ ਲੈ ਕੇ ਜਦੋਂ ਅਜੇ ਪਹੁੰਚਣ ਲੱਗਾ ਨਾ ਦਰਬਾਰ ਦੇ ਅੰਦਰ, ਅਤੇ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਰੋਕ ਦਿੱਤਾ। ਕਹਿੰਦੇ ਵੀ ਇਹਨੂੰ ਰੋਕੋ, ਇਹਨੂੰ ਸੰਗਤ 'ਚ ਨਹੀਂ ਆਉਣ ਦੇਣਾ। ਅਤੇ ਹੁਣ ਕੋਈ ਚੰਗਾ ਭਲਾ ਬੰਦਾ ਹੋਵੇ ਤਾਂ ਉਹਨੂੰ ਸੰਗਤ ਦੇ ਵਿੱਚ ਆਉਣ ਤੋਂ ਰੋਕ ਦਿੱਤਾ ਜਾਵੇ ਅਤੇ ਸਵਾਲ ਤਾਂ ਕਰੇਗਾ ਨਾ ਵੀ ਮਹਾਰਾਜ ਕੀ ਗੱਲ ਹੋ ਗਈ, ਮੈਨੂੰ ਕਿਉਂ ਨਹੀਂ ਆਉਣ ਦਿੰਦੇ? ਮਰਦ ਕਹਿੰਦੇ ਤੂੰ ਕੁੜੀਆਂ ਮਾਰੀਆਂ ਨੇ ਆਪਣੀਆਂ, ਤੂੰ ਆਪਣੀਆਂ ਬੱਚੀਆਂ ਦਾ ਕਤਲ ਕੀਤਾ ਹੈ, ਤੈਨੂੰ ਸੰਗਤ ਦੇ ਵਿੱਚ ਨਹੀਂ ਆਉਣ ਦੇਵਾਂਗੇ। ਹੁਣ ਵੇਖੋ ਸਟੈਂਡ ਕੀ ਹੈ ਵੀ ਅਸੀਂ ਹੁਣ ਰਹਿਤ ਮਰਿਆਦਾ 'ਚ ਪੜ੍ਹਦੇ ਹਾਂ ਵੀ ਜਿਹੜਾ ਆਪਣੀਆਂ ਬੱਚੀਆਂ ਦਾ ਕਤਲ ਕਰਦਾ ਹੈ, ਚਾਹੇ ਜਨਮ ਤੋਂ ਬਾਅਦ ਅਤੇ ਜਨਮ ਤੋਂ ਪਹਿਲਾਂ ਵੀ, ਉਹਦੇ ਨਾਲ ਅਸੀਂ ਨਹੀਂ ਵਰਤਾਂਗੇ। ਰੋਟੀ ਬੇਟੀ ਦੀ ਸਾਂਝ ਸਾਡੀ ਨਹੀਂ ਹੋਵੇਗੀ, ਉਹਦੇ ਘਰ ਦੇ ਵਿੱਚ ਰਿਸ਼ਤਾ ਵੀ ਨਹੀਂ ਕੀਤਾ ਜਾਵੇਗਾ। ਹੁਣ ਤਾਂ ਸਾਰਾ ਕੁਝ ਅੰਦਰ ਖਾਤੇ ਚੱਲੀ ਜਾਂਦਾ ਹੈ, ਕਿਹਨੂੰ ਕੀ ਕਹੀਏ ਅਤੇ ਕੀ ਨਹੀਂ ਕਹੀਏ। ਸਾਡੇ ਉੱਤੇ ਦੋਸ਼ ਵੀ ਲੱਗ ਜਾਂਦੇ ਨੇ। ਸਾਡੇ ਸਮਾਜ ਦੇ ਹਾਲਤ ਇੱਦਾਂ ਦੇ ਹੋ ਗਏ। ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਵੀ ਜਿੰਨਾ ਚਿਰ ਤੂੰ ਇਹ ਕੰਮ ਕਰਦਾ ਹੈ ਤੂੰ ਦਰਬਾਰ ਦੇ ਵਿੱਚ ਦਾਖਲ ਨਹੀਂ ਹੋਵੇਂਗਾ। ਅਤੇ ਇਸ ਗੱਲ ਨੂੰ ਮਹਾਰਾਜ ਦੇ ਕੋਲੋਂ ਮਾफ़ੀ ਮੰਗ ਕੇ ਮੈਂ ਕਹਿੰਦਾ ਹਾਂ, ਜੇ ਕੋਈ ਇਹੋ ਜਿਹਾ ਕੰਮ ਕਰਕੇ ਬੰਗਲਾ ਸਾਹਿਬ ਜਾਂਦਾ ਹੋਵੇਗਾ ਅਤੇ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਉਹਨੂੰ ਕੀ ਕਹਿੰਦੇ ਹੋਣਗੇ, ਅਤੇ ਕਰਨ ਵਾਲੇ ਡਾਕਟਰਾਂ ਨੂੰ ਫਿਰ ਮਹਾਰਾਜ ਕੀ ਕਹਿੰਦੇ ਹੋਣਗੇ? ਕਹਿਣ ਨੂੰ ਤਾਂ ਸਾਰੇ ਕਹਿ ਦਿੰਦੇ ਨੇ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਿਸ ਡਿੱਠਾ ਸਭ ਦੁੱਖ ਜਾਏ। ਉਹ ਇੱਦਾਂ ਦਾ ਵੀ ਹੈ ਵੀ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ, ਜਦੋਂ ਤੱਕ ਤੌਬਾ ਨਹੀਂ ਕਰਦੇ ਮਹਾਰਾਜ ਸੰਗਤ ਵਿੱਚ ਵੀ ਨਹੀਂ ਆਉਣ ਦਿੰਦਾ ਵੀ ਤੁਸੀਂ ਬਾਹਰ ਹੀ ਬੈਠੋ ਅਜੇ। ਤੌਬਾ ਕਰੋਗੇ ਤਾਂ ਫਿਰ ਤੁਸੀਂ ਅੰਦਰ ਆ ਸਕਦੇ ਜੇ। ਉਹਨੇ ਮਾफ़ੀ ਮੰਗੀ ਮਹਾਰਾਜ ਵੀ ਮੈਂ ਅੱਗੇ ਤੋਂ ਇਹ ਕੰਮ ਨਹੀਂ ਕਰਾਂਗਾ। ਮਹਾਰਾਜ ਜੀ ਨੇ ਉਹਨੂੰ ਇੱਥੇ ਜਿਹੜਾ ਹੈ ਉਪਦੇਸ਼ ਕੀਤਾ ਹੈ। ਹੁਣ ਸਾਡੇ ਕੋਲ ਇਹ ਗੱਲਾਂ ਆ ਗਈਆਂ ਵੀ ਖਾਸ ਕਰਕੇ ਤੰਬਾਕੂ ਵਰਤਣ ਦੀ ਗੱਲ ਹੈ, ਭਰੂਣ ਹੱਤਿਆ ਦੀ ਗੱਲ ਹੈ, ਜਨਮ ਵੇਲੇ ਜਿਹੜਾ ਬੱਚੀ ਦਾ ਕਤਲ ਕੀਤਾ ਜਾਂਦਾ ਹੈ ਉਹਦੀ ਗੱਲ ਆ ਜਾਂਦੀ ਹੈ, ਜਾਂ ਨਸ਼ਿਆਂ ਦੀ ਗੱਲ ਆ ਗਈ। ਇਹ ਤਾਂ ਮਹਾਰਾਜ ਜੀ ਨੇ ਇੱਦਾਂ ਕਹਿ ਲਿਆ ਵੀ 5-6 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਦੇ ਉੱਤੇ ਬੈਠਣ ਵੇਲੇ ਦੇ ਉਪਦੇਸ਼ ਨੇ ਮਹਾਰਾਜ ਜੀ ਦੇ। ਫਿਰ ਇੱਥੋਂ ਅੱਗੇ ਇਤਿਹਾਸ ਦਾ ਇੱਕ ਪਾਸਾ ਤੁਰਦਾ ਹੈ। ਅਸੀਂ ਸੰਖੇਪ ਕਰਾਂਗੇ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਦੇ ਵੱਲੋਂ ਸੱਦਾ ਆਉਂਦਾ ਹੈ। ਔਰ ਸੱਦੇ ਆਉਣ ਦਾ ਰੀਜ਼ਨ ਵੀ ਸਭ ਤੋਂ ਵੱਡਾ ਇਹ ਸੀ ਵੀ ਬਾਬਾ ਰਾਮ ਰਾਏ ਔਰੰਗਜ਼ੇਬ ਦੇ ਕੋਲ ਪਹਿਲਾਂ ਸੀ। ਜਦੋਂ ਉਹਨੂੰ ਪਤਾ ਲੱਗ ਗਿਆ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲ ਗਈ ਹੈ, ਅਤੇ ਉਹ ਇਸ ਗੱਲ ਦਾ ਗੁੱਸਾ ਕੀਤਾ ਸੀ ਉਹਨੇ, ਅਤੇ ਉਹਨੇ ਔਰੰਗਜ਼ੇਬ ਦੇ ਪਾਸ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ। ਅਤੇ ਮਹਾਰਾਜ ਜੀ ਨੂੰ ਸੱਦਿਆ ਗਿਆ ਸੀ ਦਿੱਲੀ ਦੇ ਵਿੱਚ ਔਰੰਗਜ਼ੇਬ ਦੇ ਵੱਲੋਂ। ਪਰ ਅਸਲ ਦੇ ਵਿੱਚ ਇੱਦਾਂ ਨਹੀਂ ਸੀ ਸੱਦਿਆ ਗਿਆ ਵੀ ਸਿੱਧਾ ਹੀ ਸੱਦ ਲਿਆ ਗਿਆ ਹੋਵੇ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਇਹ ਘਟਨਾ ਵਾਪਰ ਚੁੱਕੀ ਹੈ ਪਹਿਲਾਂ, ਜਦੋਂ ਸਿੱਧਾ ਬੁਲਾਇਆ ਗਿਆ ਸੀ। ਰਾਜਾ ਮਿਰਜ਼ਾ ਜੈ ਸਿੰਘ ਜਿਹਦੇ ਅਸਥਾਨ ਦੇ ਉੱਤੇ ਗੁਰਦੁਆਰਾ ਬੰਗਲਾ ਸਾਹਿਬ ਦਾ ਹੁਣ ਅਸਥਾਨ ਹੈ,
ਇਹਨੂੰ ਵਿੱਚ ਪਾ ਕੇ ਤੇ ਔਰੰਗਜ਼ੇਬ ਦੇ ਵੱਲੋਂ ਚਿੱਠੀ ਭੇਜੀ ਗਈ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੂੰ ਕੀਰਤਪੁਰ ਸਾਹਿਬ ਦੇ ਵਿੱਚ। ਇੱਥੇ ਚਿੱਠੀ ਭੇਜੀ ਗਈ ਸੀ ਤੇ ਚਿੱਠੀ ਲੈ ਕੇ ਜਿਹੜਾ ਆਇਆ ਸੀ ਉਹ ਦੀਵਾਨ ਪਰਸਰਾਮ ਚਿੱਠੀ ਲੈ ਕੇ ਆਇਆ ਸੀ। ਸੰਗਤ ਦੇ ਵਿੱਚ ਉਹਨੇ ਆ ਕੇ ਤੇ ਮਹਾਰਾਜ ਜੀ ਨੂੰ ਦੱਸਿਆ ਵੀ ਸੱਚੇ ਪਾਤਸ਼ਾਹ ਵੀ ਆਹ ਗੱਲ ਹੈ, ਜਿਹੜਾ ਮਿਰਜ਼ਾ ਜੈ ਸਿੰਘ ਹੈ ਉਹ ਤੁਹਾਨੂੰ ਯਾਦ ਕਰਦਾ ਹੈ, ਤੁਹਾਡੇ ਦਰਸ਼ਨ ਕਰਨ ਦੀ ਚਾਹਨਾ ਰੱਖਦਾ ਹੈ। ਮਹਾਰਾਜ ਜੀ ਨੂੰ ਪਤਾ ਸੀ ਵੀ ਇਹਦੇ ਪਿੱਛੇ ਸਾਜ਼ਿਸ਼ ਕੀ ਹੈ, ਗੱਲਬਾਤ ਕੀ ਚੱਲਦੀ ਪਈ ਹੈ, ਕਿਉਂਕਿ ਸੰਗਤ ਖਬਰਾਂ ਲਿਆ ਕੇ ਦੱਸ ਦਿੰਦੀ ਹੁੰਦੀ ਸੀ। ਤੁਸੀਂ ਪੜ੍ਹੋਗੇ ਵੀ ਜਿਸ ਵੇਲੇ ਬਾਬਾ ਰਾਮ ਰਾਏ ਨੂੰ ਸੱਦਿਆ ਸੀ ਔਰੰਗਜ਼ੇਬ ਨੇ, ਜੋ ਬਾਬਾ ਰਾਮ ਰਾਏ ਕਰਦੇ ਹੁੰਦੇ ਸੀ ਨਾ, ਸਾਰੀਆਂ ਖਬਰਾਂ ਮਹਾਰਾਜ ਗੁਰੂ ਹਰਿਰਾਏ ਸਾਹਿਬ ਨੂੰ ਪਹੁੰਚਦੀਆਂ ਹੁੰਦੀਆਂ ਸੀ। ਸਿੱਖ ਚਿੱਠੀਆਂ ਦੇ ਰੂਪ ਦੇ ਵਿੱਚ, ਮੈਸੇਜ ਰੂਪ ਦੇ ਵਿੱਚ ਪਹੁੰਚਾਉਂਦੇ ਹੁੰਦੇ ਸੀ ਵੀ ਅੱਜ ਬਾਬੇ ਰਾਮ ਰਾਏ ਨੇ ਆਹ ਕੀਤਾ ਹੈ, ਅੱਜ ਆਹ ਕੀਤਾ ਹੈ। ਇਸੇ ਕਰਕੇ ਬਾਬਾ ਰਾਮ ਰਾਏ ਪਹੁੰਚਾ ਵੀ ਨਹੀਂ ਸੀ ਤੇ ਮਹਾਰਾਜ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਜਿੱਦਣ ਤੱਕ ਤੂੰ ਇਮਾਨ ਦੇ ਉੱਤੇ ਸੀ ਉਦੋਂ ਤੱਕ ਗੁਰੂ ਨਾਨਕ ਤੇਰੇ ਨਾਲ ਸੀ, ਜਿੱਦਣ ਤੂੰ ਡੋਲ ਗਿਆ ਹੈ ਤੇਰੇ ਨਾਲੋਂ ਸਾਡਾ ਸੰਬੰਧ ਖਤਮ ਹੋ ਗਿਆ ਹੈ। ਉਹ ਸਾਰੀਆਂ ਰਿਪੋਰਟਾਂ ਜਿਹੜੀਆਂ ਸੀ ਉਹ ਗੁਰੂ ਸਾਹਿਬ ਦੇ ਕੋਲ ਆਉਂਦੀਆਂ ਹੁੰਦੀਆਂ ਸੀ। ਉਹ ਗੱਲ ਇੱਦਾਂ ਵਾਪਰਦੀ ਹੈ ਵੀ ਜਦੋਂ ਉਹਨੇ ਚਿੱਠੀ ਸੁਣਾਈ ਹੈ ਸੰਗਤ ਦੇ ਵਿੱਚ, ਤੇ ਮਹਾਰਾਜ ਕਹਿੰਦੇ ਵੀ ਜਵਾਬ ਵੀ ਸਵੇਰੇ ਦਰਬਾਰ ਦੇ ਵਿੱਚ ਹੀ ਦੇਵਾਂਗੇ ਇਹਦਾ। ਭਾਈ ਮਨੀ ਸਿੰਘ ਵਰਗੇ ਜਿਹੜੇ ਸਿੱਖ ਸੀ, ਕਿਉਂਕਿ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਵੇਲੇ ਭਾਈ ਮਨੀ ਸਿੰਘ ਆ ਗਏ ਸੀ। ਦੀਵਾਨ ਦਰਗਾਹ ਮਲ ਦਾ ਜ਼ਿਕਰ ਆਉਂਦਾ ਹੈ। ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਦੇ ਜਿਹੜੇ ਭਰਾ ਨੇ, ਇਹਦੇ ਤੋਂ ਇਲਾਵਾ ਹੋਰ ਮੁਖੀ ਸਿੱਖ ਨੇ। ਇਹਨਾਂ ਸਾਰਿਆਂ ਦੇ ਨਾਲ ਬਹਿ ਕੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀ ਮੀਟਿੰਗ ਹੁੰਦੀ ਹੈ। ਉੱਥੇ ਇਸ ਗੱਲ ਦਾ ਨਿਰਣਾ ਕੀਤਾ ਜਾਂਦਾ ਹੈ ਵੀ ਦਿੱਲੀ ਜਾਣਾ ਚਾਹੀਦਾ ਹੈ ਕਿ ਨਹੀਂ, ਕਿਉਂਕਿ ਸਾਰਿਆਂ ਦੇ ਸਾਹਮਣੇ ਪਹਿਲਾਂ ਇਹ ਵੀ ਹਵਾਲਾ ਸੀ ਵੀ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਲਾਹੌਰ ਗਏ ਸੀ ਤੇ ਵਾਪਸ ਨਹੀਂ ਸੀ ਆਏ। ਮਨ ਦੇ ਵਿੱਚ ਇੱਕ ਤੌਖਲਾ ਵੀ ਸੀ, ਡਰ ਵੀ ਸੀ ਸੰਗਤ ਦੇ। ਫਿਰ ਇਹ ਗੱਲ ਹੋ ਗਈ ਵੀ ਸਾਨੂੰ ਰਾਜਾ ਮਿਰਜ਼ਾ ਜੈ ਸਿੰਘ ਬੁਲਾ ਰਿਹਾ ਹੈ ਤੇ ਇਸ ਕਰਕੇ ਦਿੱਲੀ ਜਾਣ ਦੇ ਵਿੱਚ ਕੀ ਦਿੱਕਤ ਹੈ, ਔਰੰਗਜ਼ੇਬ ਨੂੰ ਨਾ ਮਿਲਿਆ ਜਾਵੇ, ਦਿੱਲੀ ਦੀ ਕਿੰਨੀ ਸੰਗਤ ਹੈ ਉਹਨੂੰ ਜਾ ਕੇ ਮਿਲ ਲਿਆ ਜਾਵੇ, ਉਹ ਸੰਗਤ ਦਰਸ਼ਨ ਕਰਨ ਦੇ ਲਈ ਆਵੇਗੀ। ਔਰ ਗੱਲ ਵੀ ਇਹ ਸੀ ਵੀ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਗਿਆ ਸੀ ਵੀ ਸੰਗਤ ਤੁਹਾਡਾ ਦਰਸ਼ਨ ਕਰਨਾ ਚਾਹੁੰਦੀ ਹੈ। ਹੁਣ ਸਤਿਗੁਰੂ ਜੀ ਨੇ ਅਗਲੇ ਦਿਨ ਜਿਹੜੀ ਉਹ ਫੈਸਲਾ ਹੋਇਆ ਉਸ ਮੀਟਿੰਗ ਦੇ ਵਿੱਚ, ਉਹ ਇਹ ਹੋਇਆ ਵੀ ਦਿੱਲੀ ਜਾਇਆ ਜਾਵੇਗਾ। ਮਹਾਰਾਜ ਜੀ ਅਗਲੇ ਦਿਨ ਸੰਗਤ ਦੇ ਵਿੱਚ ਫੈਸਲਾ ਸੁਣਾ ਦਿੰਦੇ ਨੇ ਵੀ ਅਸੀਂ ਦਿੱਲੀ ਜਾਵਾਂਗੇ, ਪਰ ਨਾਲ ਹੀ ਇਹ ਕਹਿ ਦਿੰਦੇ ਵੀ ਔਰੰਗਜ਼ੇਬ ਨੂੰ ਨਹੀਂ ਮਿਲਾਂਗੇ, ਅਸੀਂ ਉਹਨੂੰ ਮਿਲਣ ਦੇ ਲਈ ਨਹੀਂ ਜਾ ਰਹੇ ਵੀ ਉਹਨੇ ਸੱਦਿਆ ਹੈ, ਅਸੀਂ ਤੇ ਭਾਈ ਸੰਗਤ ਦੇ ਲਈ ਜਾ ਰਹੇ ਹਾਂ। ਤੇ ਵੇਖੋ ਸਤਿਗੁਰੂ ਜੀ ਉਹ ਤੇ ਦੀਵਾਨ ਪਰਸਰਾਮ ਤੁਰ ਪੈਂਦਾ ਹੈ, ਚਿੱਠੀ ਲੈ ਕੇ ਵਾਪਸ, ਸੁਨੇਹਾ ਲੈ ਕੇ ਵਾਪਸ ਪਹੁੰਚ ਜਾਂਦਾ ਹੈ। ਤੇ ਇੱਧਰੋਂ ਮਹਾਰਾਜ ਜੀ ਕੀਰਤਪੁਰ ਤੋਂ ਤਿਆਰੀ ਕਰ ਲੈਂਦੇ ਨੇ। ਹੁਣ ਸੰਗਤ ਨੂੰ ਪਤਾ ਲੱਗਦਾ ਵੀ ਸੱਚੇ ਪਾਤਸ਼ਾਹ ਜੀ ਦਿੱਲੀ ਜਾਣ ਵਾਲੇ ਨੇ। ਹੁਣ ਜਿਹੜੀ ਸੰਗਤ ਕੀਰਤਪੁਰ ਦਰਸ਼ਨਾਂ ਦੇ ਲਈ ਆਉਂਦੀ ਸੀ, ਜਦੋਂ ਉਹਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਅੱਗੇ ਤੁਰਨ ਦੀ ਤਿਆਰੀ ਕਰਦੇ ਪਏ ਨੇ, ਸੰਗਤ ਦੇ ਵਿੱਚੋਂ ਅੱਗੇ ਬੰਦੇ ਭੇਜ ਕੇ ਉਹਨਾਂ ਨੇ ਮਹਾਰਾਜ ਜੀ ਨੂੰ ਕਿਹਾ ਵੀ ਥੋੜ੍ਹੇ ਦਿਨ ਹੋਰ ਰੁਕ ਜਾਓ, ਸੰਗਤ ਆ ਰਹੀ ਹੈ ਦਰਸ਼ਨਾਂ ਦੇ ਲਈ ਤੇ ਦਰਸ਼ਨ ਕਰ ਲੈਣ ਦਿਓ, ਇੱਥੇ ਸੰਗਤ ਆਵੇਗੀ, ਤੁਸੀਂ ਫਿਰ ਅੱਗੇ ਦਾ ਪ੍ਰੋਗਰਾਮ ਬਣਾ ਲੈਣਾ। ਔਰ ਵੇਖੋ ਮਹਾਰਾਜ ਜੀ ਨੇ ਜਦੋਂ ਇੱਥੋਂ ਸਫ਼ਰ ਸ਼ੁਰੂ ਕੀਤਾ, ਜਦੋਂ ਤੁਰਦੇ ਰੋਪੜ ਪਹੁੰਚਦੇ ਨੇ ਫਿਰ ਪਤਾ ਲੱਗ ਜਾਂਦਾ ਵੀ ਫਲਾਣੇ ਇਲਾਕੇ ਦੀ ਸੰਗਤ ਆ ਰਹੀ ਹੈ ਜੀ। ਮਹਾਰਾਜ ਫਿਰ ਉਸ ਸੰਗਤ ਨੂੰ ਮਿਲਣ ਦੇ ਲਈ ਰੁਕ ਜਾਣਾ ਵੀ ਕੋਈ ਨਹੀਂ, ਸੰਗਤ ਆਵੇਗੀ ਆਪਾਂ ਫਿਰ ਤੁਰ ਪਵਾਂਗੇ। ਔਰ ਲਗਭਗ ਇੱਦਾਂ ਕਹਿ ਲਈਏ ਵੀ ਜਦੋਂ ਸਤਿਗੁਰੂ ਜੀ ਤੁਰੇ ਸੀ ਕੀਰਤਪੁਰ ਤੋਂ ਤੇ 50 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਨਾ, ਉਹਨੂੰ ਹੀ ਕਰਦਿਆਂ 20 ਦਿਨ ਲੱਗ ਗਏ ਸੀ ਲਗਭਗ, ਵੀ ਸੰਗਤ ਦਾ ਪਤਾ ਲੱਗ ਜਾਣਾ। ਬਾਅਦ ਦੇ ਵਿੱਚ ਮਹਾਰਾਜ ਜੀ ਨੇ ਜਦੋਂ ਸੰਗਤ ਨੂੰ ਪਤਾ ਲੱਗ ਗਿਆ ਵੀ ਸਤਿਗੁਰੂ ਜੀ ਤੁਰ ਪਏ ਨੇ, ਤੇ ਸਤਿਗੁਰੂ ਨੇ ਆਪ ਹੀ ਸੰਗਤ ਨੂੰ ਉੱਥੇ ਰੋਕ ਦਿੱਤਾ ਵੀ ਕੋਈ ਨਹੀਂ, ਤੁਸੀਂ ਇੱਥੇ ਰੁਕੋ, ਇੰਨੀ ਸੰਗਤ ਦਿੱਲੀ ਜਾਵੇਗੀ ਉਹ ਸਾਨੂੰ ਕਬੂਲ ਨਹੀਂ ਹੈ। ਬੜੇ ਮੁਖੀ ਸਿੱਖ ਤੇ ਕੁਝ ਸੰਗਤ ਗਈ ਮਹਾਰਾਜ ਜੀ ਦੇ ਨਾਲ। ਤੇ ਇੱਥੋਂ ਹੁਣ ਜਦੋਂ ਸਤਿਗੁਰੂ ਦਾ ਪੈਂਡਾ ਸ਼ੁਰੂ ਹੁੰਦਾ ਹੈ ਕੀਰਤਪੁਰ ਦਾ, ਸੰਖੇਪ ਕਰਾਂ ਤੇ ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ ਜਿਹੜੀ ਪੰਜੋਖੜੇ ਦੇ ਅਸਥਾਨ ਦੇ ਉੱਤੇ ਹੋਈ ਹੈ। ਪੰਡਿਤ ਦਾ ਨਾਮ ਸੀ ਲਾਲ ਚੰਦ। ਤੁਸੀਂ ਸਾਰੇ ਮਹਾਰਾਜ ਜੀ ਦੀ ਉਸ ਸਾਖੀ ਨੂੰ, ਉਸ ਗੱਲ ਨੂੰ ਜਾਣਦੇ ਹੋਵੋਗੇ। ਤੇ ਕਿਉਂਕਿ ਸਤਿਗੁਰੂ ਦਾ ਨਾਮ ਸੀ ਹਰਕ੍ਰਿਸ਼ਨ ਸਾਹਿਬ ਮਹਾਰਾਜ, ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨਾਮ ਸੀ, ਤੇ ਪੰਜੋਖੜੇ ਦੇ ਵਿੱਚ ਪੰਡਿਤ ਸੀ ਇੱਕ, ਇਹਦਾ ਨਾਮ ਸੀ ਲਾਲ ਚੰਦ। ਤੇ ਉਹਨੂੰ ਇਸ ਗੱਲ ਦੀ ਬੜੀ ਦਿੱਕਤ ਸੀ ਜਦੋਂ ਇਹਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਪੰਜੋਖੜੇ ਪਹੁੰਚੇ ਨੇ, ਅੰਬਾਲੇ ਦੇ ਨਾਲ ਹੀ ਇਹ ਗੁਰਦੁਆਰਾ ਸਾਹਿਬ ਹੈ। ਤੇ ਇਹਨੇ ਇੱਕ ਵਿਅੰਗ ਜਿਹਾ ਕੀਤਾ ਮਹਾਰਾਜ ਦੇ ਉੱਤੇ, ਮਜ਼ਾਕ ਦੇ ਰੂਪ ਦੇ ਵਿੱਚ ਇੱਕ ਗੱਲ ਬੋਲੀ ਸੀ ਮਹਾਰਾਜ ਨੂੰ। ਉਹ ਕਹਿੰਦੇ ਨੇ ਵੀ ਲਾਲ ਚੰਦ ਪੰਡਿਤ ਕਹਿੰਦਾ ਹੈ ਵੀ ਨਾਮ ਤੇ ਹਰਕ੍ਰਿਸ਼ਨ ਰਖਾਇਆ ਹੈ, ਇਹਨਾਂ ਨੇ ਗੀਤਾ ਉਚਾਰਨੀ ਕੀ ਹੈ, ਗੀਤਾ ਦੇ ਅਰਥ ਹੀ ਕਰ ਦੇਣ। ਆਪਣੇ ਵੱਲੋਂ ਤੈਨੂੰ ਇਹੋ ਲੱਗਦਾ ਸੀ ਵੀ ਬੱਚਾ ਹੀ ਹੈ, ਇਹਦੇ ਕੋਲੋਂ ਕੀ ਸਿੱਖਿਆ ਜਾ ਸਕਦਾ ਹੈ, ਕਿਉਂਕਿ ਮਨ ਦੇ ਵਿੱਚ ਖੇਡ ਆਉਂਦੀ ਹੈ ਨਾ, ਬੰਦਾ ਪਰਖਣਾ ਚਾਹੁੰਦਾ ਹੈ ਇਹਨਾਂ ਚੀਜ਼ਾਂ ਨੂੰ ਵੀ ਗੀਤਾ ਉਚਾਰਨੀ ਕੀ ਹੈ, ਗੀਤਾ ਦੇ ਅਰਥ ਹੀ ਕਰ ਦੇਣ। ਚਲੋ ਪਹੁੰਚਦੀ ਗੱਲ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਕੋਲ ਪਹੁੰਚ ਗਈ। ਸਤਿਗੁਰੂ ਨੇ ਪੰਡਿਤ ਜੀ ਨੂੰ ਬੁਲਾ ਲਿਆ ਵੀ ਪੰਡਿਤ ਜੀ ਬੈਠੋ ਸਾਹਮਣੇ। ਮਹਾਰਾਜ ਕਹਿੰਦੇ ਵੀ ਜੇ ਮੈਂ ਅਰਥ ਕਰ ਦਿੱਤੇ ਨਾ
ਤੇ ਤੇਰੇ ਮਨ ਦੇ ਵਿੱਚ ਫਿਰ ਇਸ ਗੱਲ ਦਾ ਵਹਿਮ ਰਹਿ ਜਾਣਾ ਵੀ ਗੁਰੂ ਘਰ ਦੇ ਵਿੱਚ ਵੱਡੇ ਹੋਏ ਸੀ, ਕਿੰਨੇ ਕਿੰਨੇ ਵੱਡੇ ਟੀਚਰ ਇਹਨਾਂ ਦੇ ਘਰ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਕੋਲੋਂ ਪੜ੍ਹ ਵੀ ਲਏ ਹੋਣਗੇ, ਇਸ ਕਰਕੇ ਅਰਥ ਕਰ ਵੀ ਦੇਣਗੇ ਤੇ ਕੋਈ ਵੱਡੀ ਗੱਲ ਨਹੀਂ। ਤੇਰੇ ਮਨ ਦੇ ਵਿੱਚੋਂ ਵਹਿਮ ਫੇਰ ਨਹੀਂ ਜਾਣਾ। ਤੇ ਤੂੰ ਇੰਝ ਕਰ ਵੀ ਭਾਈ ਜਿੱਥੇ ਤੈਨੂੰ ਪੂਰੇ ਨਗਰ ਦੇ ਵਿੱਚ ਫਿਰ ਲੈ, ਜਿੱਥੇ ਤੈਨੂੰ ਕੋਈ ਬੰਦਾ ਲੱਭਦਾ ਹੈ ਨਾ, ਤੂੰ ਉਹਨੂੰ ਲੈ ਆ, ਅਸੀਂ ਉਹਦੇ ਕੋਲੋਂ ਹੀ ਅਰਥ ਕਰਵਾ ਦੇਵਾਂਗੇ। ਤੇ ਉਸ ਵੇਲੇ ਭਾਈ ਛੱਜੂ, ਜਿਹਨੂੰ ਛੱਜੂ ਝੀਵਰ ਵੀ ਕਿਹਾ ਜਾਂਦਾ ਹੈ, ਇਹਨਾਂ ਦਾ ਕੰਮ ਇਹ ਹੁੰਦਾ ਸੀ ਵੀ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਭਰ ਕੇ ਦਿੰਦੇ ਹੁੰਦੇ ਸੀ। ਇਹਨਾਂ ਦੇ ਅਜੇ ਵੀ ਕੰਮ ਇੱਦਾਂ ਦੇ ਹੁੰਦੇ ਨੇ, ਕਈਆਂ ਥਾਵਾਂ ਦੇ ਉੱਤੇ ਨੇ, ਉਹ ਪਾਣੀ ਭਰ ਭਰ ਕੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਸਪਲਾਈ ਕਰਦੇ ਹੁੰਦੇ ਸੀ। ਉਹ ਸੀ ਬੰਦਾ। ਤੇ ਕਿਉਂਕਿ ਇੱਥੇ ਸੰਗਤ ਹੁੰਦੀ ਸੀ, ਭਾਈ ਛੱਜੂ ਕਹਿੰਦੇ ਵੀ ਬਹੁਤਾ ਵਿਦਵਾਨ ਵੀ ਨਹੀਂ ਸੀ। ਬਹੁਤਾ ਮਤਲਬ ਕੀ ਵੀ ਜਿਨ੍ਹਾਂ ਨੂੰ ਕਦੀ ਕਿਤਾਬਾਂ ਦੇ ਨੇੜੇ ਨਹੀਂ ਆਉਣ ਦਿੰਦਾ, ਉਹਨਾਂ ਨੇ ਕੀ ਪੜ੍ਹ ਲੈਣਾ ਤੇ ਕੀ ਸੁਣ ਲੈਣਾ। ਪੰਡਿਤ ਲਾਲ ਚੰਦ ਚਾਲ ਖੇਡਣ ਦਾ ਮਾਰਾ ਆਪਣੇ ਵੱਲੋਂ ਇਹਨੂੰ ਲੈ ਕੇ ਆਇਆ ਸੀ। ਤੇ ਮਹਾਰਾਜ ਜੀ ਕਹਿੰਦੇ ਵੀ ਭਾਈ ਇਹ ਨਾ ਤੁਹਾਡੇ ਕੋਲੋਂ ਅਰਥ ਸੁਣਨਾ ਚਾਹੁੰਦੇ ਨੇ। ਭਾਈ ਛੱਜੂ ਨੇ ਅਰਥ ਕਰ ਦਿੱਤੇ। ਹੁਣ ਇਹਨੂੰ ਇੱਦਾਂ ਸਮਝਿਓ, ਗੱਲ ਇਹ ਨਹੀਂ ਹੈ ਵੀ ਮਹਾਰਾਜ ਜੀ ਨੇ ਕਿੱਦਾਂ ਅਰਥ ਕਰਵਾ ਦਿੱਤੇ ਤੇ ਕਿੱਦਾਂ ਨਹੀਂ ਅਰਥ ਕਰਵਾ ਦਿੱਤੇ। ਗੱਲ ਇੱਥੇ ਇਹ ਚੱਲਦੀ ਪਈ ਹੈ ਅਸਲ ਦੇ ਵਿੱਚ ਵੀ ਜਿਸ ਪੰਡਿਤ ਨੂੰ ਮਾਣ ਸੀ ਨਾ ਵੀ ਮੈਂ ਹੀ ਬੜਾ ਪੜ੍ਹਿਆ ਲਿਖਿਆ ਹਾਂ, ਗੁਰੂ ਘਰ ਦੇ ਵਿੱਚ ਇਹੋ ਜਿਹੀਆਂ ਅਜ਼ਮਤਾਂ ਵਾਪਰਦੀਆਂ ਨੇ, ਕਿਰਪਾ ਵਾਪਰਦੀਆਂ ਨੇ ਵੀ ਜਿਨ੍ਹਾਂ ਨੂੰ ਦੁਨੀਆ ਸੋਚਦੀ ਹੈ ਇਹਨਾਂ ਨੂੰ ਕੁਝ ਨਹੀਂ ਆਉਂਦਾ, ਮਹਾਰਾਜ ਉਹਨਾਂ ਨੂੰ ਚੁੱਕ ਕੇ ਸਾਹਮਣੇ ਬਿਠਾ ਦਿੰਦਾ ਵੀ ਤੁਸੀਂ ਇਹਨਾਂ ਦੇ ਨਾਲ ਮੁਕਾਬਲਾ ਕਰੋ। ਇੱਕ ਥਾਂ 'ਤੇ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਵੀ ਭਾਈ ਧੰਨਾ ਸਿੰਘ ਦੀ ਸਾਖੀ ਇੱਦਾਂ ਦੀ ਹੀ ਆਉਂਦੀ ਹੈ ਕਿ ਲੋਕ ਸੋਚਦੇ ਨੇ ਵੀ ਜਿੰਨਾ ਮੈਨੂੰ ਪਤਾ ਇਹਨਾਂ ਨੂੰ ਥੋੜ੍ਹਾ ਪਤਾ। ਮਹਾਰਾਜ ਮਾਣ ਵੀ ਉਹਨਾਂ ਦੇ ਕੋਲੋਂ ਤੁੜਵਾਉਂਦਾ ਵੀ ਜਿਨ੍ਹਾਂ ਨੂੰ ਲੱਗਦਾ ਵੀ ਸਾਨੂੰ ਸਾਰਾ ਕੁਝ ਆਉਂਦਾ ਹੈ, ਇਹਨਾਂ ਨੂੰ ਕੁਝ ਨਹੀਂ ਆਉਂਦਾ, ਉਹ ਜਿਨ੍ਹਾਂ ਨੂੰ ਕੁਝ ਨਹੀਂ ਆਉਂਦਾ ਉਹੀ ਮਾਣ ਤੋੜ ਦਿੰਦੇ ਨੇ ਉਹਨਾਂ ਦਾ। ਜਿਹਨੂੰ ਬਾਬਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਕਬੀਰ ਸਾਹਿਬ ਜੀ ਦਾ ਬਚਨ ਹੈ, ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਦਾਰੀ। ਉਹ ਮੂਰਖਾਂ ਨੂੰ ਪੰਡਿਤ ਬਣਾ ਕੇ ਰੱਖ ਦਿੰਦਾ ਹੈ ਤੇ ਚੰਗੇ ਭਲੇ ਪੰਡਤਾਂ ਨੂੰ ਵੀ ਮੂਰਖ ਬਣਾ ਕੇ ਰੱਖ ਦਿੰਦਾ ਹੈ ਜਦੋਂ ਮਾਲਕ ਦੀ ਮਿਹਰ ਵਾਪਰਨੀ ਹੋਵੇ। ਭਾਈ ਛੱਜੂ ਨੇ ਅਰਥ ਕੀਤੇ ਤੇ ਕਹਿੰਦੇ ਨੇ ਜਦੋਂ ਲਾਲ ਚੰਦ ਪੰਡਿਤ ਦਾ ਮਾਣ ਟੁੱਟਾ ਨਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿੱਖ ਹੋ ਗਿਆ। ਤੇ ਕਹਿੰਦਾ ਵੀ ਮਹਾਰਾਜ ਜੀ ਮੈਂ ਤੇ ਸਾਰੀ ਜ਼ਿੰਦਗੀ ਹੰਕਾਰ ਦੇ ਵਿੱਚ ਹੀ ਖਤਮ ਹੋ ਜਾਣਾ ਸੀ, ਤੁਸੀਂ ਕਿਰਪਾ ਕੀਤੀ ਹੈ। ਕਹਿੰਦੇ ਇਹਨੇ ਆਪਣਾ ਪਾਇਆ ਹੋਇਆ ਜਿਹੜਾ ਜਨੇਊ ਸੀ ਨਾ ਉਹ ਵੀ ਮਹਾਰਾਜ ਦੇ ਅੱਗੇ ਰੱਖ ਦਿੱਤਾ ਸੀ, ਕਿਉਂਕਿ ਜਨੇਊ ਦਾ ਮਤਲਬ ਹੈ ਵਰਣ ਆਸ਼ਰਮ। ਪੰਡਿਤ ਦਾ ਹੋਰ, ਵੈਸ਼ ਦਾ ਹੋਰ ਤੇ ਖੱਤਰੀ ਦਾ ਹੋਰ। ਜਦੋਂ ਇਹੋ ਹੀ ਚੀਜ਼ ਉਹਨੇ ਰੱਖ ਦਿੱਤੀ ਤੇ ਸਮਝ ਲਓ ਵਰਣ ਆਸ਼ਰਮ ਰੱਖ ਦਿੱਤਾ ਵੀ ਮੈਂ ਇਹਨਾਂ ਵਰਣ ਆਸ਼ਰਮ ਨੂੰ ਨਹੀਂ ਮੰਨਾਂਗਾ। ਮਹਾਰਾਜ ਜੀ ਪੰਜੋਖੜੇ ਦੇ ਅਸਥਾਨ ਦੇ ਉੱਤੇ ਅੱਗੇ ਜਾਂਦੇ ਨੇ। ਇੱਥੋਂ ਮਹਾਰਾਜ ਜੀ ਫਿਰ ਸਫ਼ਰ ਕਰਦਿਆਂ ਕਰਦਿਆਂ ਮੈਂ ਸੰਖੇਪ ਹੋਰ ਕਰ ਦੇਵਾਂ ਕਿਉਂਕਿ ਸਾਡਾ ਸਮਾਂ ਨੇੜੇ ਹੋ ਗਿਆ। ਮਹਾਰਾਜ ਜੀ ਦਿੱਲੀ ਪਹੁੰਚਦੇ ਨੇ। ਦਿੱਲੀ ਦੇ ਵਿੱਚ ਕਿਉਂਕਿ ਟਿਕਿਆ ਜਿਹੜਾ ਸਤਿਗੁਰੂ ਦਾ ਟਿਕਾਣਾ ਸੀ ਉਹ ਪਹਿਲਾਂ ਜੈ ਸਿੰਘ ਦੇ ਬੰਗਲੇ ਦੇ ਵਿੱਚ ਹੀ ਹੋਣਾ ਸੀ, ਇਸੇ ਕਰਕੇ ਨਾਮ ਬੰਗਲਾ ਸਾਹਿਬ ਪ੍ਰਸਿੱਧ ਹੋ ਗਿਆ। ਬੰਗਲੇ ਤੇ ਹੋਰ ਵੀ ਬੜੇ ਨੇ ਦਿੱਲੀ ਦੇ ਵਿੱਚ, ਪਰ ਉਹਨੂੰ ਹੀ ਬੰਗਲਾ ਸਾਹਿਬ ਕਿਉਂ ਕਿਹਾ ਗਿਆ? ਕਿਉਂਕਿ ਮਹਾਰਾਜ ਜੀ ਦਾ ਅਸਥਾਨ ਬਣ ਗਿਆ ਹੈ। ਇਸ ਕਰਕੇ ਜਦੋਂ ਇੱਥੇ ਦੀ ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ ਕਿ ਜੈ ਸਿੰਘ ਤੇ ਆਪ ਮਹਾਰਾਜ ਜੀ ਦਾ ਸਤਿਕਾਰ ਕਰਕੇ ਲੈਣ ਗਿਆ ਸੀ ਮਹਾਰਾਜ ਜੀ ਨੂੰ ਅੱਗੋਂ, ਪਰ ਉਹਨਾਂ ਨੇ ਫਿਰ ਮਨ ਦੇ ਵਿੱਚ ਇੱਕ ਖਿਆਲ ਆ ਜਾਂਦਾ ਹੈ ਕਿ ਮਹਾਰਾਜ ਦੀ ਉਮਰ ਬੜੀ ਛੋਟੀ ਹੈ, ਵੇਖ ਤੇ ਲਈਏ ਵੀ ਅਸਲ ਦੇ ਵਿੱਚ ਇਹ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਿੰਨੀ ਕੁ ਅਜ਼ਮਤ ਦੇ ਮਾਲਕ ਨੇ। ਉਹਦਾ ਕਾਰਨ ਦੂਸਰਾ ਵੀ ਇਹ ਸੀ ਕਿ ਔਰੰਗਜ਼ੇਬ ਨੂੰ ਮਹਾਰਾਜ ਨੇ ਮਿਲਣ ਤੋਂ ਮਨ੍ਹਾ ਕੀਤਾ ਹੋਇਆ ਸੀ ਤੇ ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਨੇ ਵੀ ਅਸਲ ਦੇ ਵਿੱਚ ਉਹ ਇਹ ਚਾਹੁੰਦੇ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਔਰੰਗਜ਼ੇਬ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਮਿਲ ਲਵੇ ਤੇ ਇਹਨਾਂ ਦਾ ਪ੍ਰਣ ਟੁੱਟ ਜਾਵੇਗਾ। ਉਹ ਪ੍ਰਣ ਤੋੜਨਾ ਚਾਹੁੰਦੇ ਸੀ ਜਿਹੜਾ ਮਹਾਰਾਜ ਕਰਕੇ ਆਏ ਸੀ। ਤੇ ਉਹਨੇ ਕੀ ਕੀਤਾ, ਇਹ ਘਟਨਾ ਬੰਗਲਾ ਸਾਹਿਬ ਦੇ ਅਸਥਾਨ 'ਤੇ ਲਿਖੀ ਵੀ ਪਈ ਹੈ, ਤੁਸੀਂ ਜਾ ਕੇ ਵੇਖੋਗੇ। ਉਹਨੇ ਰਾਜਾ ਜੈ ਸਿੰਘ ਨੇ ਜਿਹੜੀ ਆਪਣੀ ਰਾਣੀ ਸੀ ਨਾ, ਉਹ ਬਾਕੀ ਨੌਕਰਾਣੀਆਂ ਵਾਲੇ ਕੱਪੜੇ ਪਵਾ ਕੇ ਉਹਨੂੰ ਤੇ ਬਾਕੀਆਂ ਦੇ ਨਾਲ ਬਿਠਾ ਦਿੱਤਾ ਵੀ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਪਛਾਣ ਸਕਦੇ ਨੇ ਭਲਾ ਕਿ ਨਹੀਂ। ਉਹ ਸਾਰੀਆਂ ਜਦੋਂ ਬੈਠੀਆਂ ਤੇ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਜਦੋਂ ਇਹਨੇ ਸੱਦਿਆ ਸੀ ਨਾ ਸਾਨੂੰ, ਉਦੋਂ ਇਹਦੇ ਅੰਦਰ ਸ਼ਰਧਾ ਸੀ, ਉਦੋਂ ਇਹਦੇ ਅੰਦਰ ਯਕੀਨ ਸੀ, ਪਰ ਹੁਣ ਇਹਦੇ ਅੰਦਰ ਨਾ ਕੁਐਸਚਨ ਮਾਰਕ ਚੱਲਣ ਲੱਗ ਪਏ ਨੇ। ਹੁਣ ਇਹ ਡੋਲ ਗਿਆ ਹੈ, ਇਹਦੇ ਅੰਦਰ ਭਾਵਨਾ ਜਿਹੜੀ ਹੈ ਨਾ ਉਹ ਨਹੀਂ ਰਹੀ ਜਿਹੜੀ ਸ਼ੁਰੂ ਵੇਲੇ ਸੀ। ਚਲੋ ਜੋ ਮਾਲਕ ਨੂੰ ਮਨਜ਼ੂਰ ਹੋਵੇਗਾ, ਜੇ ਡੋਲਿਆ ਹੈ ਤੇ ਡੋਲਦਾ ਹੀ ਰਹੇਗਾ। ਉਹ ਵਾਕਿਆ ਹੀ ਇੱਦਾਂ ਦੀ ਖੇਡੂ ਦੀ ਜ਼ਿੰਦਗੀ ਦੇ ਵਿੱਚ ਅੰਤ ਵੇਲੇ ਵਾਪਰਦੀ ਹੈ। ਤੇ ਮਹਾਰਾਜ ਜੀ ਜਿਹੜੇ ਨੇ ਨਾ ਉਹ ਰਾਣੀ ਦੇ ਕੋਲ ਜਾਂਦੇ ਨੇ। ਵੱਖਰੇ ਵੱਖਰੇ ਇਤਿਹਾਸਕਾਰਾਂ ਨੇ ਵੱਖਰੀ ਵੱਖਰੀ ਗੱਲ ਲਿਖੀ ਹੈ ਤੇ ਮਹਾਰਾਜ ਦੀ ਇੱਕ ਗੱਲ ਮੈਨੂੰ ਇੱਕ ਬੜੀ ਪਿਆਰੀ ਲੱਗਦੀ ਹੈ। ਮਹਾਰਾਜ ਕਹਿੰਦੇ ਜਦੋਂ ਉਹ ਰਾਣੀ ਦੇ ਕੋਲ ਪਹੁੰਚੇ ਨਾ ਤੇ ਜਦੋਂ ਉਹਦੇ ਕੱਪੜੇ ਸੇੜੇ ਸੀ ਉਹ ਤੇ ਨੌਕਰਾਣੀਆਂ ਵਾਲੇ ਉਹਨੇ ਪਾਏ ਸੀ, ਸਤਿਗੁਰੂ ਕਹਿੰਦੇ ਵੀ ਭਾਈ ਜੇ ਰੱਬ ਨੇ ਰਾਜ ਬਖਸ਼ੇ ਹੋਣ ਨਾ, ਰੱਬ ਨੇ ਮਾਣ ਬਖਸ਼ਿਆ ਹੋਵੇ ਤੇ ਜਾਣ ਬੁੱਝ ਕੇ ਭਿਖਾਰੀ ਨਹੀਂ ਬਣੀਦਾ ਹੋਈਦਾ। ਜੇ ਰੱਬ ਨੇ ਤੁਹਾਨੂੰ ਮਾਣ ਦਿੱਤਾ ਹੈ ਨਾ ਤੇ ਜਾਣ ਬੁੱਝ ਕੇ ਨਕਲਾਂ ਨਹੀਂ ਕਰੀਦੀਆਂ ਹੋਈਦੀਆਂ, ਜਿੱਥੇ ਹੋ ਉੱਥੇ ਉਹਨੂੰ ਸਮਝਣਾ ਵੀ ਚਾਹੀਦਾ ਹੈ। ਉਹਦਾ ਮਾਣ ਵੀ ਇਹ ਕੀ ਭਾਵ ਸੀ
ਵੀ ਜਿਸ ਭਾਵ ਦੇ ਵਿੱਚ ਰੱਬ ਤੁਹਾਨੂੰ ਰੱਖਦਾ ਹੈ ਤੁਸੀਂ ਉਸ ਰਜਾ ਦੇ ਵਿੱਚ ਰਹਿਣਾ ਵੀ ਤੇ ਸਿੱਖੋ। ਰਾਜਾ ਜੈ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਬੜਾ ਮਨ ਦੇ ਵਿੱਚ ਉਹ ਫੀਲ ਹੋਇਆ ਵੀ ਬੜਾ ਔਖਾ ਹੈ, ਮੈਂ ਤੇ ਮਹਾਰਾਜ ਨੂੰ ਪਰਖਣਾ ਚਾਹੁੰਦਾ ਸੀ ਪਰ ਮਹਾਰਾਜ ਨੇ ਤੇ ਖੇਡ ਹੀ ਹੋਰ ਵਰਤਾ ਦਿੱਤੀ ਹੈ। ਔਰ ਇਹ ਵੀ ਇਸ ਗੱਲ ਦਾ ਵੀ ਜ਼ਿਕਰ ਆਉਂਦਾ ਹੈ ਵੀ ਔਰੰਗਜ਼ੇਬ ਮਹਾਰਾਜ ਜੀ ਨੂੰ ਮਿਲਣ ਦੇ ਲਈ ਆਇਆ ਸੀ ਪਰ ਮਹਾਰਾਜ ਜੀ ਮਿਲੇ ਨਹੀਂ ਸੀ ਉਹਨੂੰ। ਤੇ ਇੱਕ ਗੱਲ ਹੋਰ ਆਪ ਜੀ ਦੇ ਅੱਗੇ ਰੱਖ ਦੇਵਾਂ ਕਿ ਜਿਸ ਵੇਲੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਇਹਦੇ ਤੋਂ ਨਿਕਲ ਕੇ ਤੇ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ ਹੈ, ਅਸਥਾਨ ਹੈ, ਉਹ ਅਸਥਾਨ ਸਾਂਭਿਆ ਨਹੀਂ ਗਿਆ ਸਾਡੇ ਕੋਲੋਂ। ਉਸ ਅਸਥਾਨ ਦੇ ਉੱਤੇ ਮਹਾਰਾਜ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਆ ਜਾਂਦੇ ਨੇ। ਇਸ ਅਸਥਾਨ ਦੇ ਉੱਤੇ ਹੀ ਉੱਧਰੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਜੇ ਗੁਰੂ ਨਹੀਂ ਸੀ ਬਣੇ, ਉਹ ਪ੍ਰਚਾਰ ਦੌਰੇ ਦੇ ਉੱਤੇ ਗਏ ਸੀ ਤੇ ਦਿੱਲੀ ਆ ਕੇ ਤੇ ਮਿਲਦੇ ਨੇ, ਮੀਟਿੰਗ ਹੁੰਦੀ ਹੈ। ਇੱਥੇ ਜਦੋਂ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ। 3 ਦਿਨ ਗੁਰੂ ਹਰਗੋਬਿੰਦ ਸਾਹਿਬ ਵਾਹਿਗੁਰੂ 3 ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ 3 ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਕੋਲ ਰਹਿੰਦੇ ਨੇ। ਗੁਰੂ ਸਤਿਗੁਰੂ ਫਿਰ ਅੱਗੇ ਪੰਜਾਬ ਵੱਲ ਨੂੰ ਆ ਜਾਂਦੇ ਨੇ, ਬਾਬਾ ਬਕਾਲਾ ਸਾਹਿਬ ਵੱਲ ਨੂੰ ਆ ਜਾਂਦੇ ਨੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉੱਥੇ ਹੀ ਰਹਿ ਜਾਂਦੇ ਨੇ। ਇਸ ਮੀਟਿੰਗ ਤੋਂ 9 ਦਿਨ ਬਾਅਦ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾ ਜਾਂਦੇ ਨੇ। ਮੈਂ ਉਹਦਾ ਕਾਰਨ ਆਪ ਜੀ ਦੇ ਅੱਗੇ ਬਾਅਦ ਦੇ ਵਿੱਚ ਰੱਖਾਂਗਾ। 9 ਦਿਨ ਬਾਅਦ ਜੋਤੀ ਜੋਤ ਸਮਾ ਜਾਂਦੇ ਨੇ ਤੇ ਤੁਸੀਂ ਵੀ ਜਾਣਦੇ ਹੋ ਵੀ ਮਹਾਰਾਜ ਜੀ ਨੇ ਅੰਤਿਮ ਸ਼ਬਦ ਕਿਹੜੇ ਬੋਲੇ ਸੀ ਵੀ ਬਾਬਾ ਵਸੇ ਗ੍ਰਾਮ ਬਕਾਲੇ, ਵੀ ਬਾਬਾ ਬਕਾਲਾ ਸਾਹਿਬ ਦੇ ਵੱਲ ਜਿਹੜਾ ਸੀ ਇਸ਼ਾਰਾ ਸੀ। ਹੁਣ ਮਹਾਰਾਜ ਨੇ ਇਸ਼ਾਰਾ ਤੇ ਕਰ ਦਿੱਤਾ ਪਰ ਅਸਲ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਵਿੱਚ ਪਹਿਲਾਂ ਹੀ ਗੱਲਬਾਤ ਹੋ ਗਈ ਹੈ ਵੀ ਭਾਈ ਅਸੀਂ ਇੱਥੇ ਸਰੀਰ ਤਿਆਗ ਦੇਣਾ ਹੈ, ਅੱਗੇ ਜਿਹੜੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਆ ਨਾ ਉਹ ਤੁਸੀਂ ਸੰਭਾਲਣੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲੋਂ ਉਹ ਜ਼ਿੰਮੇਵਾਰੀ ਆਵੇਗੀ। ਉਹਨਾਂ ਦਾ ਪ੍ਰਗਟ ਹੋਣਾ ਕੁਝ ਹੋਰ ਤਰੀਕੇ ਦਾ ਹੈ, ਉਹ ਉਹਨਾਂ ਦੇ ਜੀਵਨ ਦੇ ਨਾਲ ਸੰਬੰਧ ਰੱਖਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਣ ਤੋਂ ਬਾਅਦ ਕਿਉਂਕਿ ਗੱਲ ਇਹ ਵੀ ਚੱਲਦੀ ਪਈ ਸੀ, ਦਿੱਲੀ ਦੇ ਵਿੱਚ ਬਿਮਾਰੀ ਫੈਲ ਗਈ ਸੀ। ਔਰ ਜਿੱਥੋਂ ਅਸੀਂ ਬਚਪਨ ਤੋਂ ਗੱਲ ਸ਼ੁਰੂ ਕੀਤੀ ਸੀ ਨਾ ਵੀ ਮਹਾਰਾਜ ਜੀ ਨੇ ਬਚਪਨ ਦੇ ਵਿੱਚ ਜਦੋਂ ਉਹ ਅਜੇ ਸ਼ੁਰੂ ਦੇ ਵਿੱਚ ਵੱਡੇ ਹੀ ਹੋ ਰਹੇ ਨੇ ਤੇ ਉਹਨਾਂ ਨੇ ਵੇਖ ਲਿਆ ਸੀ ਵੀ ਕੀਰਤਪੁਰ ਦੇ ਵਿੱਚ ਮਨੁੱਖਾਂ ਦੀ ਸੰਭਾਲ ਕਿੱਦਾਂ ਕੀਤੀ ਜਾਂਦੀ ਹੈ, ਦਵਾਖਾਨਾ ਜਿਹੜਾ ਉੱਥੇ ਖੋਲ੍ਹਿਆ ਸੀ, ਜਾਨਵਰਾਂ ਦੀ ਸੰਭਾਲ ਕਿੱਦਾਂ ਕੀਤੀ ਜਾਂਦੀ ਹੈ। ਤੇ ਦਿੱਲੀ ਦੇ ਵਿੱਚ ਜਿਹੜੀ ਬਿਮਾਰੀ ਫੈਲੀ ਸੀ ਜਿਹਨੂੰ ਸੀਤਲਾ ਕਿਹਾ ਜਾਂਦਾ ਹੈ, ਸਮਾਲ ਪੌਕਸ ਦੀ ਜਿਹੜੀ ਪ੍ਰੋਬਲਮ ਹੁੰਦੀ ਹੈ, ਹੁਣ ਤੇ ਇਲਾਜ ਆ ਗਏ ਨੇ। ਉਦੋਂ ਤਾਂ ਕਿੰਨਾ ਔਖਾ ਸੀ ਵੀ ਕਿਉਂਕਿ ਹਵਾ ਦੇ ਵਿੱਚ ਫੈਲ ਜਾਂਦੀ ਸੀ, ਇਨਫੈਕਸ਼ਨ ਸੀ ਇੱਕ ਤੋਂ ਦੂਜੇ ਨੂੰ, ਪਿੰਡਾਂ ਦੇ ਵਿੱਚ ਕਿੰਨੀ ਉਹ ਬਿਮਾਰੀ ਫੈਲ ਜਾਂਦੀ ਸੀ ਤੇ ਇਲਾਜ ਵੀ ਇੱਦਾਂ ਦੇ ਹੋਣੇ। ਕਈਆਂ ਦੀਆਂ ਅੱਖਾਂ ਲੈ ਜਾਂਦੀ ਹੁੰਦੀ ਸੀ, ਇੰਨੀ ਖਤਰਨਾਕ ਬਿਮਾਰੀ ਸੀ। ਕਈਆਂ ਦੇ ਸਰੀਰਾਂ ਦੇ ਉੱਤੇ ਪੱਕੇ ਉਹਦੇ ਜਿਹੜੇ ਨਿਸ਼ਾਨ ਨੇ ਉਹ ਪੱਕੇ ਰਹਿ ਜਾਂਦੇ ਨੇ, ਜਾਂਦੇ ਹੀ ਨਹੀਂ। ਉਹ ਸਾਰੀ ਜਦੋਂ ਬਿਮਾਰੀ ਫੈਲ ਗਈ ਤੇ ਮਹਾਰਾਜ ਜੀ ਨੇ ਕੀ ਕੀਤਾ ਵੀ ਰੋਗੀਆਂ ਦਾ ਆਪ ਜਾ ਕੇ ਇਲਾਜ ਕੀਤਾ ਹੈ। ਇਹ ਇਸ ਕਰਕੇ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ ਕਿ ਆਹ ਵੇਖੋ ਹੁਣ ਵੀ ਤੇ ਦਿਨ ਚੱਲੇ ਹੀ ਨੇ ਨਾ। ਗੁਰੂ ਦੇ ਸਿੱਖਾਂ ਨੇ ਕਿੰਨੇ ਕਮਾਲ ਦੀ ਗੱਲ ਕੀਤੀ, ਜਦੋਂ ਲੋਕ ਆਪਣੇ ਘਰ ਦਰਵਾਜ਼ੇ ਬੰਦ ਕਰਕੇ ਬੈਠ ਗਏ ਨਾ ਤੇ ਇਹਨਾਂ ਨੇ ਉਦੋਂ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਲੰਗਰ ਦਿੱਤਾ ਹੈ। ਕੀ ਇਹਨਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਇਤਿਹਾਸ ਨਹੀਂ ਦੁਹਰਾਇਆ? ਇਹਨਾਂ ਨੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਇੱਦਾਂ ਨਹੀਂ ਜਾਂਦੇ ਹੋਣਗੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਜੇ ਸਾਰੇ ਡਰ ਕੇ ਬੈਠ ਜਾਣ ਵੀ ਨਹੀਂ ਸਾਨੂੰ ਕੀ ਲੋੜ ਆ ਜਾ ਕੇ ਕਿਸੇ ਦੇ ਘਰ ਦੇ ਵਿੱਚ ਜਾ ਕੇ ਕੁਝ ਕਰਨ ਦੀ, ਕਿਤੇ ਸਾਨੂੰ ਨਾ ਬਿਮਾਰੀ ਚੰਬੜ ਜਾਵੇ। ਉਹਨਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ। ਇਹ ਤਾਂ ਤੁਹਾਡੇ ਸਾਹਮਣੇ ਦੀ ਉਦਾਹਰਣ ਹੈ ਨਾ ਪਿਛਲੀਆਂ ਸਾਲਾਂ ਦੀ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਇੱਦਾਂ ਜਾ ਕੇ ਸੰਗਤ ਦਾ ਇਲਾਜ ਕਰਦੇ ਨੇ ਕਿਉਂਕਿ ਦਵਾਈਆਂ ਜਿਹੜੀਆਂ ਨੇ ਉਹ ਕੀਰਤਪੁਰ ਸਾਹਿਬ ਤੋਂ ਵੀ ਪਹੁੰਚਦੀਆਂ ਸੀ, ਹੋਰ ਵੀ ਰੋਗੀਆਂ ਦਾ ਇਲਾਜ ਕੀਤਾ ਜਾਣਾ। ਤੇ ਮਹਾਰਾਜ ਜੀ ਇਲਾਜ ਕਰਦੇ ਕਰਦੇ ਖੁਦ ਜਿਹੜਾ ਹੈ ਉਹ ਇਸ ਬਿਮਾਰੀ ਦਾ ਗਲਬਾ ਮਹਾਰਾਜ ਦੇ ਉੱਤੇ ਪੈ ਗਿਆ ਹੈ। ਇਹਦਾ ਇੱਕ ਪਾਸਾ ਇਹ ਹੈ ਕਿ ਵੇਖੋ ਦੂਜਿਆਂ ਦਾ ਇਲਾਜ ਕਰਦਿਆਂ ਕਰਦਿਆਂ ਜੇਕਰ ਆਪਣਾ ਸਰੀਰ ਇਹਦੇ ਵਿੱਚ ਚਲਾ ਵੀ ਜਾਂਦਾ ਹੈ ਤੇ ਇਹਨੂੰ ਇਹ ਨਾ ਸਮਝ ਲੈਣਾ ਵੀ ਭਾਈ ਮੈਂ ਤੇ ਲੋਕਾਂ ਦੇ ਇਲਾਜ ਕਰਦਾ ਕਰਦਾ ਖਤਮ ਹੋ ਗਿਆ ਹਾਂ। ਪਰ ਉਪਕਾਰ ਦਾ ਮਤਲਬ ਹੀ ਇਹ ਹੈ ਵੀ ਭਾਈ ਜਿਹਦੇ ਵਿੱਚ ਦੂਸਰੇ ਦਾ ਉਪਕਾਰ ਮੁੱਖ ਰੱਖਿਆ ਜਾਂਦਾ ਹੈ, ਜੇ ਆਪਣੀ ਕੁਰਬਾਨੀ ਵੀ ਦੇ ਦਿੱਤੀ ਜਾਵੇ। ਗੁਰੂ ਅਰਜਨ ਸਾਹਿਬ ਮਹਾਰਾਜ ਦੀ ਕੁਰਬਾਨੀ ਬੜੀ ਕਮਾਲ ਦੀ ਹੈ, ਕਿਤੇ ਨਹੀਂ ਇਹਦਾ ਮੇਲ ਕੀਤਾ ਜਾ ਸਕਦਾ। ਪਰ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ 8 ਸਾਲ ਦੀ ਉਮਰ ਦੇ ਵਿੱਚ ਦੁਨੀਆ ਦਾ ਦੁੱਖ ਕਹਿ ਲਈਏ ਵੀ ਆਪਣੇ ਉੱਤੇ ਲੈ ਲਿਆ। ਜਦੋਂ ਸਾਰੇ ਜਾਣੇ ਦਰਵਾਜ਼ੇ ਬੰਦ ਕਰਕੇ ਘਰਾਂ 'ਚ ਬੈਠ ਜਾਂਦੇ ਨੇ, ਮਹਾਰਾਜ ਜੀ ਉਸ ਵੇਲੇ ਨਿਕਲਦੇ ਨੇ ਵੀ ਹਰ ਇੱਕ ਦਾ ਇਲਾਜ, ਹਰ ਇੱਕ ਨੂੰ ਪੁੱਛਿਆ ਜਾਵੇ ਵੀ ਭਾਈ ਤੇਰਾ ਹਾਲ ਕੀ ਹੈ। ਇੱਥੇ ਇੱਕ ਵਾਰ ਸਮਾਗਮ ਹੋ ਰਿਹਾ ਸੀ, ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਾਂਗਾ। ਉਹ ਇੱਥੇ ਭਾਈ ਸਾਹਿਬ ਕੀਰਤਨ ਕਰਨ ਆਏ ਸੀ ਤਾਂ ਕਹਿੰਦੇ ਵੀ ਅਸੀਂ ਨਵੇਂ ਤਰੀਕੇ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਗੁਰਪੁਰਬ ਮਨਾਉਂਦੇ ਹਾਂ ਜੀ। ਉਹ ਕਿੱਦਾਂ? ਕਹਿੰਦੇ ਅਸੀਂ ਨਾ ਹੌਸਪੀਟਲ ਦੇ ਵਿੱਚ ਜਾਂਦੇ ਹਾਂ। ਹੁਣ ਤਾਂ ਹਾਲਾਤ ਉੱਦਾਂ ਦੇ ਨਹੀਂ ਨੇ ਵੀ ਜਾਣਾ ਐਡਾ ਸੌਖਾ ਨਹੀਂ ਹੈ, ਪਾਬੰਦੀਆਂ ਕਾਫੀ ਹੋ ਚੁੱਕੀਆਂ ਨੇ। ਕਹਿੰਦੇ ਵੀ ਹੌਸਪੀਟਲ ਦੇ ਵਿੱਚ ਜਾਂਦੇ ਹਾਂ ਅਤੇ ਮਰੀਜ਼ ਨੂੰ ਮਿਲਦੇ ਹਾਂ।
ਉਹਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਵੀ ਤੇਰਾ ਕੀ ਹਾਲ ਹੈ, ਤੈਨੂੰ ਕੀ ਦਿੱਕਤ ਹੈ। ਉਹਨੂੰ ਇੱਕ ਮਨ ਦੇ ਵਿੱਚ ਚਾਅ ਪੈਦਾ ਹੁੰਦਾ ਵੀ ਕੋਈ ਬਾਹਰ ਦਾ ਬੰਦਾ ਮੇਰਾ ਪਤਾ ਲੈਣ ਆਇਆ ਹੈ ਅਤੇ ਮੇਰੀ ਕਿਤੇ ਨਾ ਕੇਅਰ ਕੀਤੀ ਜਾ ਰਹੀ ਹੈ, ਮੇਰਾ ਧਿਆਨ ਰੱਖਿਆ ਜਾ ਰਿਹਾ। ਉਹ ਕਹਿੰਦੇ ਅਸੀਂ ਇੱਦਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਗੁਰਪੁਰਬ ਮਨਾਉਂਦੇ ਹਾਂ ਤਾਂ ਕਿ ਇਸ ਗੱਲ ਨੂੰ ਚੇਤਾ ਰੱਖਿਆ ਜਾਵੇ ਵੀ ਜਿਸ ਤਰੀਕੇ ਦੇ ਨਾਲ ਸਤਿਗੁਰੂ ਆਪ ਜਾਂਦੇ ਸੀ ਮਰੀਜ਼ਾਂ ਦੇ ਕੋਲ, ਅਸੀਂ ਮਹਾਰਾਜ ਦੇ ਬੱਚੇ ਹਾਂ, ਅਸੀਂ ਵੀ ਇੱਦਾਂ ਜਾ ਕੇ ਤੇ ਪਹੁੰਚੀਏ ਮਰੀਜ਼ਾਂ ਦੇ ਕੋਲ, ਉਹਨਾਂ ਨੂੰ ਪਤਾ ਲੱਗੇ। ਮਹਾਰਾਜ ਜੀ ਇਸ ਬਿਮਾਰੀ ਨੂੰ ਆਪਣੇ ਸਰੀਰ ਦੇ ਉੱਤੇ ਲੈਂਦੇ ਨੇ। ਸਤਿਗੁਰੂ ਜੀ ਦੇ ਉੱਤੇ ਇਸ ਬਿਮਾਰੀ ਦੇ ਲੱਛਣ ਪ੍ਰਗਟ ਹੁੰਦੇ ਨੇ। ਕੁਝ ਸਮਾਂ ਮਹਾਰਾਜ ਜੀ ਨੂੰ ਬੁਖਾਰ ਹੁੰਦਾ ਹੈ ਅਤੇ ਬੁਖਾਰ ਤੋਂ ਬਾਅਦ ਜਿਹੜੀ ਘਟਨਾ ਅਸੀਂ ਪਹਿਲਾਂ ਪੜ੍ਹੀ ਹੈ ਵੀ ਸਤਿਗੁਰੂ ਦੇ ਕੋਲ ਉਸ ਵੇਲੇ ਮੁਖੀ ਸਿੱਖ ਸੀ, ਭਾਈ ਦਰਗਾਹ ਮੱਲ ਵਰਗੇ ਸਿੱਖ ਸੀ। ਇਹਨਾਂ ਸਾਰਿਆਂ ਦੇ ਨਾਲ ਬੈਠ ਕੇ ਸਤਿਗੁਰੂ ਜੀ ਦੇ ਮਾਤਾ ਜੀ ਵੀ ਉਸ ਵੇਲੇ ਉਹਨਾਂ ਦੇ ਕੋਲ ਸੀ। ਸਾਰਿਆਂ ਦੇ ਨਾਲ ਗੱਲਬਾਤ ਹੁੰਦੀ ਹੈ ਅਤੇ ਮਹਾਰਾਜ ਜੀ ਇਸ਼ਾਰਾ ਕਰਦੇ ਨੇ ਬਾਬਾ ਬਕਾਲਾ ਸਾਹਿਬ ਦੇ ਵੱਲ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਇਸ ਗੱਲ ਨੂੰ ਜਾਣਦੇ ਸੀ ਵੀ ਇਸ਼ਾਰਾ ਕਿਹਦੇ ਵੱਲ ਹੈ, ਪਰ ਸੰਗਤ ਲਈ ਇਹ ਬੁਝਾਉਣੀ ਹੈ। ਉਹਨੂੰ ਫਿਰ ਜਿਹੜੇ ਸਿੱਖ ਨੇ ਉਹ ਅੱਗੇ ਕਿੱਦਾਂ ਪਾਰ ਕਰਦੇ ਨੇ, ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜੀਵਨ ਹੈ। ਇੱਥੇ ਫਿਰ ਸਤਿਗੁਰੂ ਜੀ ਜਿਹੜੇ ਨੇ ਉਹ ਜੋਤੀ ਜੋਤ ਸਮਾਉਂਦੇ ਨੇ ਬਾਲਾ ਸਾਹਿਬ ਦੇ ਅਸਥਾਨ ਦੇ ਉੱਤੇ। ਮਹਾਰਾਜ ਜੀ ਦਾ ਉਹ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਬਾਲਾ ਸਾਹਿਬ ਦਾ ਮਤਲਬ ਇਹ ਹੈ ਵੀ ਜਿੱਥੇ ਬਾਲਕ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਸੰਸਕਾਰ ਜਿਹੜਾ ਹੈ ਉਹ ਦੇਹਰਾ ਇਹਨਾਂ ਦਾ ਬਣਦਾ ਹੈ। ਇਸ ਕਰਕੇ ਮਹਾਰਾਜ ਬਖਸ਼ ਲਵੇ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਜੀਵਨ ਵੇਖਣ ਨੂੰ ਜੇ ਅਸੀਂ ਇਤਿਹਾਸਕ ਤੌਰ 'ਤੇ ਪੜ੍ਹਦੇ ਹਾਂ ਤੇ 8 ਕੁ ਸਾਲ ਦੀ ਉਮਰ ਹੈ, ਪਰ ਇਹਨੂੰ ਤੁਸੀਂ ਨਾ ਇਤਿਹਾਸ ਨੂੰ ਛੱਡ ਕੇ, ਇੱਕ ਵਾਰ ਇਤਿਹਾਸ ਨੂੰ ਛੱਡ ਕੇ ਅਤੇ ਉਹਨਾਂ ਬੰਦਿਆਂ ਨੂੰ ਮਿਲਿਓ ਜਿਨ੍ਹਾਂ ਨੇ ਬੰਗਲਾ ਸਾਹਿਬ ਨੂੰ ਦਰਸ਼ਨ ਕੀਤੇ ਨੇ ਅਤੇ ਜਿਨ੍ਹਾਂ ਦੇ ਉੱਤੇ ਬੰਗਲਾ ਸਾਹਿਬ ਤੋਂ ਕਿਰਪਾ ਹੋਈਆਂ ਨੇ, ਬਖਸ਼ਿਸ਼ਾਂ ਹੋਈਆਂ ਨੇ। ਜਿਹਨੂੰ ਅਸੀਂ ਪੜ੍ਹਦੇ ਹਾਂ ਨਾ ਕਿ ਸ਼੍ਰੀ ਹਰਿਕ੍ਰਿਸ਼ਨ ਧਿਆਈਆ ਜਿਸ ਡਿਠੈ ਸਭ ਦੁੱਖ ਜਾਏ, ਜਿਨ੍ਹਾਂ ਦੇ ਦੁੱਖ ਹੁਣ ਦੂਰ ਹੋਏ ਨੇ ਉਹਨਾਂ ਦੇ ਤੁਸੀਂ ਵੇਖਿਓ ਵੀ ਉਹ ਕਿੱਦਾਂ ਦੇ ਅਸਥਾਨ ਦੇ ਉੱਤੇ ਕਿੱਦਾਂ ਦੀਆਂ। ਤੁਹਾਨੂੰ ਅੱਜ ਵੀ ਇਹੋ ਜਿਹੇ ਬੰਦੇ ਮਿਲ ਜਾਣਗੇ ਜਿਹੜੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀਆਂ ਗੱਲਾਂ ਸੁਣਾਉਣਗੇ ਵੀ ਸਾਨੂੰ ਸੱਚੇ ਪਾਤਸ਼ਾਹ ਨੇ ਕਿੱਦਾਂ ਬਚਾਇਆ, ਸਾਨੂੰ ਸੱਚੇ ਪਾਤਸ਼ਾਹ ਨੇ ਕਿੱਦਾਂ ਰੱਖਿਆ। ਮੈਂ ਇਹ ਨਹੀਂ ਕਹਿੰਦਾ ਵੀ ਇਕੱਲੇ ਉਸ ਅਸਥਾਨ 'ਤੇ, ਮਹਾਰਾਜ ਦੇ ਹਰ ਅਸਥਾਨ 'ਤੇ ਅਜ਼ਮਤ ਵਰਤਦੀ ਹੈ, ਪਰ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਗੱਲ ਪੜ੍ਹਦੇ ਹਾਂ। ਇਸ ਕਰਕੇ ਸਾਡੇ ਇਹ ਸ਼ਬਦ ਹੈ ਵੀ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਸਿਰਫ ਉਮਰ ਵਾਲੇ ਪਾਸੇ ਤੋਂ ਨਾ ਵੇਖਿਓ, ਮਹਾਰਾਜ ਦੀ ਅਜ਼ਮਤ ਵੇਖਿਓ। ਸਤਿਗੁਰੂ ਨੇ ਇਸ ਜ਼ਿੰਦਗੀ ਦੇ ਵਿੱਚ ਸਾਨੂੰ ਬਖਸ਼ਿਆ ਕੀ ਹੈ। ਸੋ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਆਉਣ ਵਾਲੇ ਦਿਨਾਂ ਦੇ ਵਿੱਚ ਆ ਰਿਹਾ ਹੈ। ਗੁਰੂ ਬਖਸ਼ਿਸ਼ ਦੇ ਸਦਕਾ ਅਸੀਂ ਉਹਨਾਂ ਦੇ ਜੀਵਨ ਨੂੰ ਵਿਚਾਰਿਆ ਹੈ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।